गुरु जी दी साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं उपदेश दे रहे इवें असीं अकाल पुरख परमात्मा वाहिगुरु तो विछड़े हैं, इवें असीं वापस परमात्मा निरंकार वाहिगुरु दे नाल मिलाप करना। ये विछोड़े तो लैके मिलाप तक की जो कहानी है, इस नूं अकथ कहानी अकथ कथा प्रेम कथा का नाम ये सारी प्रेम कहानी इवें साडा परमात्मा नाल प्रेम के इवें साडी सुरती अपने पति परमेश्वर दे नाल मिलाप करदी, इवें सुहागण बनदी है। इस सारी नूं फिर प्रेम कथा का नाम दिता। महाराज फरमाउंदे अकथ कहानी प्रेम की को प्रीतम आखी आई। ये अकथ कहानी प्रेम की कहानी है, ये कोई वैर विरोध नहीं, ये कोई ईर्खा कोई नफरत नहीं, कोई निंदिया चुगली कोई हौमे हंकार। प्रेम की कहानी वैर विरोध की कहानी नहीं। जे असी वैर विरोध जावांगे फिर साडी प्रेम की कहानी शुरू होंदी हुई। फिर असी वैर विरोध वाला जिहड़ा राह वो वखरा, वो अगे जूना च जांदा, वो मनमुखां दा राह है। जिहड़ा ये रास्ता प्रेम दा इहनूं कहंदे लिव दा मार्ग, जिहदे विच प्रेम ही प्रेम सानूं सिखाया जांदा, सानूं समझाया जांदा। जिहड़ा रास्ता असीं भुल चुके प्रेम दा, ओह आपां नूं गुरबाणी गुरु विच गुरु साहिबानां ने भगतां ने दस्सिआ। समय समय मुताबक अकाल पुरख ये प्रेम का रास्ता दसन वास्ते
ਸੰਸਾਰ 'ਚ ਗੁਰਮੁਖਾਂ ਨੂੰ ਭੇਜਦੇ ਰਹਿੰਦੇ। ਸਮੇਂ ਸਮੇਂ ਮੁਤਾਬਕ ਅਵਤਾਰ ਆਉਂਦੇ, ਸੰਤ ਆਉਂਦੇ, ਸਾਧੂ ਆਉਂਦੇ, ਗੁਰਸਿੱਖ ਆਉਂਦੇ, ਜਿਹੜੇ ਸਾਨੂੰ ਫਿਰ ਇਹ ਪ੍ਰੇਮ ਦਾ ਰਸਤਾ ਦੱਸਦੇ ਜੋ ਅਸੀਂ ਭੁੱਲ ਗਏ। ਜਿਸ ਵਰਤਾਏ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨ ਜਾਣੀ, ਭੂਲੀ ਫਿਰੇ ਗਵਾਰ। ਪੰਥ ਕਹਿੰਦੇ ਰਸਤੇ ਨੂੰ, ਰਾਹ ਨੂੰ ਪੰਥ। ਜਿਹੜਾ ਰਾਹ ਪ੍ਰੇਮ ਦਾ ਸੀ ਉਹ ਅਸੀਂ ਭੁੱਲ ਗਏ, ਉਹ ਅਸੀਂ ਛੱਡ ਦਿੱਤਾ। ਅਸੀਂ ਰਸਤਾ ਅਖਤਿਆਰ ਕੀਤਾ ਵੈਰ ਵਿਰੋਧ ਵਾਲਾ, ਜਿਹਨੂੰ ਧਾਤ ਦਾ ਰਸਤਾ ਕਹਿੰਦੇ, ਮਨਮੁਖਾਂ ਦਾ ਰਾਹ। ਹੁਣ ਆਪਾਂ ਨੂੰ ਫਿਰ ਇਸ ਰਸਤੇ ਦਾ ਪਤਾ ਲੱਗਦਾ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ। ਸਤ ਸੰਗਤ 'ਚ ਆਇਆਂ ਨੂੰ ਫਿਰ ਆਪਾਂ ਨੂੰ ਇਸ ਪੰਥ ਦਾ ਗਿਆਨ ਦਿੱਤਾ ਜਾਂਦਾ, ਫਿਰ ਇਹ ਪੰਥ ਦੇ ਉੱਤੇ ਵਿਚਾਰ ਚੱਲਦਾ। ਜਿਸ ਵਰਤਾਏ ਮਹਾਰਾਜ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇਹ ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਉੱਤਮ ਪੰਥ ਦਾ ਪਤਾ ਲੱਗਿਆ, ਪ੍ਰੇਮ ਦਾ ਪੰਥ ਹੈ ਜਿਹੜਾ, ਪ੍ਰੇਮ ਦਾ ਮਾਰਗ। ਇਹ ਆਪਾਂ ਨੂੰ ਸਮਝਾਇਆ ਜਾਂਦਾ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ। ਇਹ ਪਰਮਾਤਮਾ ਦੇ ਦੋ ਰੂਪ, ਇੱਕ ਨਿਰਗੁਣ ਜਿਸ ਨੂੰ ਨਿਰੰਕਾਰ ਆਖੀਏ, ਦ੍ਰਿਸ਼ਟ ਆਖੀਏ। ਦੂਸਰਾ ਮਾਲਕ ਦਾ ਰੂਪ ਸਰਗੁਣ, ਜਿਸ ਨੂੰ ਆਕਾਰ ਆਖੀਏ ਤੇ ਦ੍ਰਿਸ਼ਟ ਮਾਨ ਆਖੀਏ। ਆਪਾਂ ਨੂੰ ਕਹਿੰਦੇ ਵੀ ਮਾਲਕ ਨੇ ਦੋ ਹੀ ਆਪਦੇ ਰੂਪ ਬਣਾਏ, ਤੀਜਾ ਉਹਦਾ ਕੋਈ ਹੋਰ ਰੂਪ ਹੀ ਨਹੀਂ। ਇੱਕ ਉਸ ਦਾ ਰੂਪ ਨਿਰਗੁਣ, ਦੂਸਰਾ ਸਰਗੁਣ। ਹੁਣ ਜੇ ਤੁਸੀਂ ਵੈਰ ਵਿਰੋਧ ਕਰੋਗੇ ਤੇ ਕਿਸ ਦੇ ਨਾਲ ਕਰੋਗੇ? ਉਹਦੇ ਸਰਗੁਣ ਰੂਪ ਦੇ ਨਾਲ ਹੀ ਕਰੋਗੇ। ਇਹ ਤੁਸੀਂ ਉਹਨੂੰ ਹੀ ਮਿਲਣਾ ਚਾਹੁੰਦੇ ਹੋ, ਪਰਮਾਤਮਾ ਨਹੀਂ, ਉਹਦਾ ਹੀ ਆਪਾਂ ਸਿਮਰਨ ਕਰਦੇ ਹਾਂ। ਪਰਮਾਤਮਾ 'ਚ ਪਰਮਾਤਮਾ ਦਾ ਹੀ ਆਪਾਂ ਗੁਰਬਾਣੀ ਗੁਰੂ ਜੋ ਸਾਨੂੰ ਮਿਲਾਪ ਦਾ ਰਸਤਾ ਦੱਸ ਰਹੀ। ਇਸੇ ਵਾਸਤੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਘਰ ਆਉਂਦੇ ਹਾਂ, ਸਿਮਰਨ ਕਰਦੇ ਹਾਂ ਵੀ ਅਸੀਂ ਰੱਬ ਨੂੰ ਮਿਲ ਲਈਏ, ਪਰਮਾਤਮਾ ਨੂੰ ਮਿਲ ਲਈਏ। ਮਿਲਾਪ ਵਾਸਤੇ ਸਾਰਾ ਕੁਛ ਕੀਤਾ ਜਾਂਦਾ। ਤੇ ਆਪਾਂ ਬੇਨਤੀਆਂ ਵੀ ਕਰਦੇ ਵੀ ਮਹਾਰਾਜ ਸਾਡੇ ਤੇ ਵੀ ਕਿਤੇ ਕਿਰਪਾ ਕਰ, ਸਾਨੂੰ ਵੀ ਤੇਰੇ ਦਰਸ਼ਨ ਹੋਣਗੇ। ਸਾਨੂੰ ਫਿਰ ਪੁੱਛਦੇ ਵੀ ਮੇਰੇ ਦੋ ਰੂਪ ਨੇ, ਤੁਸੀਂ ਕਿਹੜੇ ਰੂਪ ਦੇ ਵਿੱਚ ਮੇਰੇ ਦਰਸ਼ਨ ਕਰਨਾ ਚਾਹੁੰਦੇ? ਇੱਕ ਮੇਰਾ ਰੂਪ ਨਿਰਗੁਣ ਹੈ, ਉਹ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਸਵਾਸ ਦੇ ਕੇ। ਦੂਸਰਾ ਮੇਰਾ ਰੂਪ ਸਰਗੁਣ ਹੈ, ਜਿੰਨੇ ਵੀ ਇਹ ਤੁਸੀਂ ਘਟ ਸਰੀਰ ਦੇਖਦੇ ਹੋ ਇਹ ਸਾਰੇ ਮੇਰੇ ਹੀ ਨੇ, ਮੈਂ ਸਭ ਦੇ ਅੰਦਰ ਵਸ। ਇਹ ਸਾਰੇ ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ। ਇਹ ਸਰੀਰਾਂ ਨੂੰ ਹਰੀ ਦੇ ਮੰਦਰ ਰੱਖੀ। ਮਹਾਰਾਜ ਕਹਿੰਦੇ ਸਭ ਘਟ ਮੇਰੇ ਹੋ ਸਭਨਾ ਅੰਦਰ, ਵੀ ਜਿੰਨੇ ਵੀ ਘਟ ਸਰੀਰ ਸਾਰੇ ਮੇਰੇ, ਮੈਂ ਸਭ ਦੇ ਅੰਦਰ ਵਸ। ਹੁਣ ਤੁਸੀਂ ਦੱਸੋ ਵੀ ਮੈਨੂੰ ਕਿਹੜੇ ਰੂਪ 'ਚ ਮਿਲਣਾ? ਹੁਣ ਅਸੀਂ ਜ਼ਿਆਦਾ ਆਦੀ ਹੋ ਗਏ ਹਾਂ ਆਕਾਰਾਂ ਨੂੰ ਦੇਖਣ ਦੇ, ਕਿਉਂਕਿ ਨਿਰਗੁਣ ਨੂੰ ਤਾਂ ਅਸੀਂ ਦੇਖਦੇ ਨਹੀਂ, ਨਿਰੰਕਾਰ ਨੂੰ। ਤੇ ਸਾਡੀ ਇੱਛਾ ਹੁੰਦੀ ਵੀ ਸਾਨੂੰ ਸਰਗੁਣ ਰੂਪ 'ਚ ਮਿਲਣ, ਸਾਡੇ ਨਾਲ ਬਹਿ ਕੇ ਗੱਲਾਂ ਕਰਨ, ਵਿਚਾਰਾਂ ਕਰਨ। ਤੇ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਮੈਨੂੰ ਸਰਗੁਣ ਰੂਪ 'ਚ ਮਿਲਣਾ ਤੇ ਆ ਸਾਰੇ ਮੇਰਾ ਹੀ ਰੂਪ ਬੈਠੇ ਨੇ, ਜਿੰਨਾ ਮਰਜ਼ੀ ਮਿਲ ਲਓ, ਸਾਰੇ ਮੇਰੇ ਹੀ ਨੇ। ਇਹ ਸਾਰਾ ਮੇਰਾ ਸਰਗੁਣ ਰੂਪ ਹੈ। ਹੁਣ ਜੇ ਅਸੀਂ ਉੱਦਾਂ ਗੁਰਬਾਣੀ ਵੀ ਪੜ੍ਹਦੇ, ਗੁਰੂ ਘਰ ਵੀ ਆਉਂਦੇ, ਸੇਵਾ ਵੀ ਕਰਦੇ,
ਤੇ ਉਹਦੇ ਸਰਗਰ ਰੂਪ ਦੇ ਨਾਲ ਹੀ ਲੜੀ ਜਾਂਦੇ, ਉਹਦੇ ਸਰਗਰ ਰੂਪ ਦੀ ਨਿੰਦਿਆ ਕਰੀ ਜਾਂਦੇ, ਉਹਦੇ ਨਾਲ ਹੀ ਅਸੀਂ ਵੈਰ ਵਿਰੋਧ, ਈਰਖਾ, ਨਫ਼ਰਤ ਖੜੀ ਕਰ ਲੈਂਦੇ। ਇਹਨੂੰ ਕਹਿੰਦੇ ਸਾਡੀ ਅਗਿਆਨਤਾ। ਉਦੋਂ ਕਹਿੰਦੇ ਵੀ ਇਹ ਧਾਰ ਦੇ ਰਸਤੇ ਤੇ ਚੱਲਦੇ, ਇਹਨਾਂ ਨੇ ਪ੍ਰੇਮ ਦਾ ਮਾਰਗ ਨਹੀਂ ਅਖਤਿਆਰ ਕੀਤਾ, ਇਹਨਾਂ ਨੂੰ ਉਹ ਮਾਰਗ ਦਾ ਪਤਾ ਨਹੀਂ ਵੀ ਜਿਹੜਾ ਗੁਰਬਾਣੀ ਗੁਰੂ ਦੱਸ ਰਹੇ। ਆਪਾਂ ਨੂੰ ਕਹਿੰਦੇ ਫਿਰ ਵੀ ਜਿਹੜਾ ਮੇਰੇ ਸਰਗਰ ਰੂਪ ਦੇ ਨਾਲ ਵੈਰ ਵਿਰੋਧ ਕਰੇਗਾ ਉਹਨੂੰ ਇਸ ਦੀ ਸਜ਼ਾ ਮਿਲੇਗੀ। ਬਈ ਤੁਸੀਂ ਵੈਰ ਵਿਰੋਧ ਕਰੋਗੇ ਕਿਹਦੇ ਨਾਲ? ਸਭ ਦੇ ਅੰਦਰ ਤਾਂ ਮਾਲਕ ਹੀ ਬੈਠੇ। ਮਹਾਰਾਜ ਕਹਿੰਦੇ ਬਾਬਾ ਵੈਰ ਵਿਰੋਧ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੁ। ਘਟ ਘਟ ਦੇ ਵਿੱਚ ਉਹੀਓ ਤਾਂ ਵਾਸਾ ਉਹਦਾ। ਤੁਸੀਂ ਵੈਰ ਵਿਰੋਧ ਕਰੋਗੇ ਕਿਹਦੇ ਨਾਲ? ਜਿਹੜਾ ਅੰਦਰ ਵਸਦਾ ਉਹਦੇ ਨਾਲ, ਤੇ ਉਹਦਾ ਹੀ ਆਪਾਂ ਸਿਮਰਨ ਕਰਦੇ, ਉਹਦੀ ਹੀ ਆਪਾਂ ਭਗਤੀ ਕਰਦੇ, ਉਹਨੂੰ ਹੀ ਮਿਲਣਾ ਚਾਹੁੰਦੇ ਹਾਂ, ਤੇ ਉਹਦੇ ਨਾਲ ਹੀ ਵੈਰ ਕਰੀ ਜਾਈਏ, ਫਿਰ ਆਪਾਂ ਉਹਨੂੰ ਮਿਲ ਥੋੜ੍ਹੀ ਸਕਦੇ। ਇਸ ਵਾਸਤੇ ਫਿਰ ਇਹਨੂੰ ਕਹਿੰਦੇ ਜੀਵਾਂ ਦੀ ਅਗਿਆਨਤਾ। ਉਦੋਂ ਕਹਿੰਦੇ ਵੀ ਮਨਮੁਖ, ਇਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ। ਫਿਰ ਕਹਿੰਦੇ ਵੀ ਜਿਹੜਾ ਮੇਰੇ ਸਰਗਰ ਰੂਪ ਦੇ ਨਾਲ ਦੌਦਾ ਰੱਖੇਗਾ ਉਹਨੂੰ ਸਜ਼ਾ ਮਿਲੇਗੀ। ਜਿਸ ਨਰਕੀ ਦੌਦਾ ਨਾ ਜਾਏ, ਧਰਮ ਰਾਏ ਤੇ ਸਦੇਸ ਸਚਾਈ। ਜੇ ਤੁਸੀਂ ਮੇਰੇ ਸਰਗਰ ਰੂਪ ਨੂੰ ਫਿੱਕਾ ਬੋਲੋ, ਮਾੜਾ ਬੋਲੋ, ਤੁਸੀਂ ਕਿਸੇ ਦਾ ਦਿਲ ਦਿਖਾਓਗੇ, ਤੁਹਾਨੂੰ ਉਹਦੀ ਸਜ਼ਾ ਮਿਲੇਗੀ। ਤੁਹਾਡਾ ਜਿਸ ਮੁੱਖ ਨਾਲ ਤੁਸੀਂ ਫਿੱਕਾ ਬੋਲਿਆ, ਮਾੜਾ ਬੋਲਿਆ, ਤੁਹਾਡਾ ਮਨ ਵੀ ਫਿੱਕਾ, ਤੁਹਾਡਾ ਤਨ ਵੀ ਫਿੱਕਾ। ਕਿ ਜਦੋਂ ਤੁਸੀਂ ਵਾਪਸ ਦਰਗਾਹ 'ਚ ਜਾਓਗੇ, ਜਿਸ ਮੁੱਖ ਨਾਲ ਤੁਸੀਂ ਫਿੱਕਾ ਬੋਲਦੇ ਰਹੇ, ਉਸੇ ਮੁੱਖ 'ਚ ਕਹਿਣਗੇ ਥੁੱਕਾਂ ਸੁੱਟੋ ਤੇ ਇਹਦੇ ਜੁੱਤੀਆਂ ਮਾਰੋ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀਏ, ਫਿੱਕੋ ਫਿੱਕੀ ਸੋਈ, ਫਿੱਕਾ ਦਰਗੇ ਸਟੀਏ, ਮੂੰਹ ਥੁੱਕਾਂ ਫਿੱਕੇ ਪਾਈ, ਫਿੱਕਾ ਮੂਰਖ ਆਖੀਏ, ਪਾਣਾ ਲਈ ਸਜਾਏ। ਵੀ ਜਿਹੜਾ ਜੀ ਫਿੱਕਾ ਬੋਲਦਾ ਐਡਾ ਮੂਰਖ ਹੈ, ਉਹਨੂੰ ਨਹੀਂ ਪਤਾ ਵੀ ਇਹਦੀ ਮੈਨੂੰ ਸਜ਼ਾ ਬੜੀ ਸਖਤ ਮਿਲਣੀ। ਵੀ ਇਸੇ ਤੋਂ ਮਾੜਾ ਬੋਲੀ ਜਾ ਰਿਹਾ, ਫਿੱਕਾ ਮੁੱਖ ਦੇ ਵਿੱਚੋਂ ਕੱਢੀ ਜਾ ਰਹੇ, ਪਰ ਇਹਦੀ ਸਜ਼ਾ ਬੜੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਪੰਥ ਹੈ ਪ੍ਰੇਮ ਦਾ। ਗੁਰਬਾਣੀ ਗੁਰੂ ਸਾਨੂੰ ਪ੍ਰੇਮ ਸਿਖਾਉਂਦਾ। ਸਤ ਸੰਗਤ ਜਦੋਂ ਸਾਨੂੰ ਫਿਰ ਮਿਲਦੀ, ਜਦੋਂ ਸਾਨੂੰ ਐਸੇ ਗੁਰਮੁਖਾਂ ਦਾ ਸੰਗ ਹੁੰਦਾ, ਅਸਲ 'ਚ ਜਿਹੜੇ ਆਪ ਹੀ ਲਿਵਦੇ ਮਾਰਗ ਤੇ ਚੱਲੇ, ਜਿਨ੍ਹਾਂ ਨੇ ਆਪ ਹੀ ਪ੍ਰੇਮ ਦੇ ਪੰਥ ਨੂੰ ਜਾਣਿਆ, ਉਹ ਸਾਨੂੰ ਇਹ ਭੇਤ ਦਿੰਦੇ। ਨਹੀਂ ਤਾਂ ਇਹ ਸਾਨੂੰ ਭੇਤ ਨਹੀਂ ਆਉਂਦਾ। ਆਪਦੇ ਆਪ ਤਾਂ ਸਾਨੂੰ ਆ ਹੀ ਨਹੀਂ ਸਕਦਾ ਇਹ ਭੇਤ। ਬੇਸ਼ੱਕ ਅਸੀਂ ਗੁਰੂ ਘਰ ਵੀ ਆਉਂਦੇ ਹਾਂ, ਗੁਰਬਾਣੀ ਵੀ ਪੜ੍ਹਦੇ, ਪਰ ਆਪਾਂ ਦੇਖਦੇ ਜੀਵ ਕਿੱਥੇ ਵੈਰ ਵਿਰੋਧ ਛੱਡਦਾ। ਸਾਰੀ ਸਾਰੀ ਉਮਰ ਜੀਵਨ ਨੂੰ ਹੋ ਗਈ ਗੁਰੂ ਘਰ ਆਉਂਦਿਆਂ ਨੂੰ, ਗੁਰਬਾਣੀ ਵੀ ਪੜ੍ਹੀ ਜਾਂਦੇ ਨੇ, ਸੇਵਾ ਵੀ ਕਰੀ ਜਾਂਦੇ, ਪਰ ਮੁੱਖ 'ਚੋਂ ਬੋਲਦੇ ਉਵੇਂ ਹੀ ਫਿੱਕਾ ਮਾੜਾ, ਨਿੰਦਿਆ ਵੀ ਕਰੀ ਜਾਂਦੇ, ਵੈਰ ਵਿਰੋਧ ਵੀ ਕਰੀ ਜਾਂਦੇ, ਸਾਰਾ ਕੁਛ ਹੀ ਕਰੀ ਜਾਂਦੇ। ਇਹ ਐਸੀ ਅਵਸਥਾ 'ਚ ਫਿਰ ਕਹਿੰਦੇ ਬਈ ਇਹ ਅੰਧ ਗਿਆਨੀ, ਅੰਨੇ, ਵੀ ਇਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ ਹੈ, ਇਹਨਾਂ ਨੂੰ ਸਤ ਸੰਗਤ ਨਹੀਂ ਮਿਲੀ। ਇਸ ਵਾਸਤੇ ਫਿਰ ਮਨਮੁਖ ਦਾ ਜਿਹੜਾ ਜੀਵਨ ਉਹ ਸਾਰਾ ਫਿਰ ਇਸ ਤਰ੍ਹਾਂ ਦੁੱਖਾਂ ਦੇ ਵਿੱਚ ਹੀ ਲੰਘ ਜਾਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਜੀਵਨ ਦੀਆਂ ਦਾਸ ਅਵਸਥਾ ਜੀਵ ਦੀਆਂ ਦੱਸੀਆਂ। ਬਈ ਜਦੋਂ ਅਸੀਂ ਪਹਿਲਾਂ ਇਧਰ ਸੰਸਾਰ ਦੇ ਵਿੱਚ ਆਉਂਦੇ ਹਾਂ, ਸਭ ਤੋਂ ਪਹਿਲਾਂ ਇਹ ਜਿਹੜਾ ਮੋਹ ਹੈ, ਸਾਨੂੰ ਮੋਹ ਲੱਗਦਾ ਦੁੱਧ ਦੇ ਨਾਲ, ਮਾਂ ਦੇ ਦੁੱਧ ਨਾਲ
ਅਸੀਂ ਪਿਆਰ ਪਾ ਲੈਂਦੇ। ਗੁਰੂ ਨਾਨਕ ਦੇਵ ਜੀ ਕਹਿੰਦੇ ਪਹਿਲੇ ਪਿਆਰ ਲਗਾ ਥਣ ਦੁੱਧ। ਵੀ ਜਿਉਂ ਹੀ ਅਸੀਂ ਆਏ ਪਹਿਲੀ ਅਵਸਥਾ ਜੀ ਦੁੱਧ ਨਾਲ ਪਿਆਰ ਪੈ ਗਏ। ਫਿਰ ਅੱਗੇ ਮਾਂ ਪਿਓ ਦੀ ਸੋਝੀ ਹੋਣੀ ਸ਼ੁਰੂ ਹੋ ਜਾਂਦੀ, ਉਹਨਾਂ ਨੂੰ ਅਸੀਂ ਦੇਖਣਾ, ਆਕਾਰਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ। ਦੂਜੇ ਮਾਈ ਬਾਪ ਕੀ ਸੁੱਧ। ਫਿਰ ਤੀਜੀ ਅਵਸਥਾ ਜਿਹੜੇ ਭੈਣ ਭਰਾ, ਹੋਰ ਉਹਨਾਂ ਦੀ ਜਾਣਕਾਰੀ ਹੁੰਦੀ ਵੀ ਇਹ ਸਾਡੀ ਭੈਣ ਹੈ, ਸਾਡਾ ਭਰਾ ਹੈ। ਮਹਾਰਾਜ ਕਹਿੰਦੇ ਤੀਜੇ ਭਈਆ ਭਾਬੀ ਬੇਵ, ਭਰਾ ਭੈਣਾਂ ਦੀ ਸੋਝੀ ਹੋ ਗਈ। ਚੌਥੀ ਅਵਸਥਾ 'ਚ ਸਾਡਾ ਪਿਆਰ ਖਿਡੌਣਿਆਂ ਨਾਲ ਪੈ ਗਿਆ। ਖੇਡਾਂ ਸੀ ਜਿਹੜੀਆਂ ਉਹਨਾਂ ਦੇ ਨਾਲ ਪਿਆਰ ਪਾ ਲਈ। ਚੌਥੇ ਪਿਆਰ ਪੰਨੀ ਖੇਡ। ਫਿਰ ਹੋਰ ਵੱਡੇ ਹੋਏ, ਖਾਣ ਪੀਣ ਦੇ ਸ਼ੌਂਕੀ ਹੋ ਗਏ। ਸੰਸਾਰ ਦੇ ਪਦਾਰਥ ਉਹ ਬੜੇ ਸਵਾਦਲੇ ਲੱਗਦੇ, ਉਹ ਖਾਂਦੇ। ਪੰਜਵੇਂ ਖਾਣ ਪੀਣ ਦੀ ਧਾਤ, ਧਾਤ ਦੇ ਰਸਤੇ ਤੇ ਚੱਲਦੇ ਹੋਏ ਸੰਸਾਰ ਦੇ ਪਦਾਰਥ ਤਾਂ ਖਾਈ ਜਾਂਦੇ, ਪਰ ਜਿਹੜੀ ਮਨ ਦੀ ਖੁਰਾਕ ਸੀ ਉਹਦਾ ਭੇਤ ਨਹੀਂ, ਉਹ ਨਹੀਂ ਖਾਂਦੇ, ਉਹ ਨਹੀਂ ਲੈਂਦੇ। ਫਿਰ ਜਦੋਂ ਸੰਸਾਰ ਦਾ ਜੀਵ ਖਾਣ ਪਾਣ ਇੱਦਾਂ ਦਾ ਬਣਾ ਲੈਂਦਾ ਵੀ ਜੋ ਆਇਆ ਖਾਈ ਜਾਂਦਾ, ਫਿਰ ਜਿਹੜਾ ਛੇਵੀਂ ਅਵਸਥਾ 'ਚ ਕਾਮ ਘੇਰ ਲੈਂਦਾ। ਛੇਵੇਂ ਕਾਮ ਨਾ ਪੁੱਛੇ ਜਾਤ। ਫਿਰ ਸੱਤਵੀਂ ਅਵਸਥਾ 'ਚ ਫਿਰ ਇਹਦਾ ਵਿਆਹ ਹੋ ਜਾਂਦਾ। ਸੱਤਵੇਂ ਸੰਜ ਕੀਆ ਘਰ ਵਾਸ, ਵਿਆਹਿਆ ਗਿਆ। ਫਿਰ ਅੱਗੇ ਬੱਚੇ ਹੋ ਗਏ, ਤੇ ਫਿਰ ਉਹ ਬੱਚੇ ਹੋ ਗਏ ਜਦੋਂ ਹੋਰ ਕਰੋਧੀ ਹੋ ਗਏ, ਫਿਰ ਉਹਨਾਂ ਦੇ ਖਿਜੀ ਜਾਂਦਾ, ਉਹਨਾਂ ਦੇ ਚਪੇੜਾ ਮਾਰੀ ਜਾਂਦਾ, ਉਹਨਾਂ ਨੂੰ ਘੂਰੀ ਜਾਂਦਾ। ਮਾਰੇ ਕਹਿੰਦੇ ਅੱਠਵੇਂ ਕ੍ਰੋਧ ਹੋਗਾ ਤਾਂ ਨਾਸ, ਕਰੋਧੀ ਹੋ ਗਏ। ਫਿਰ ਨੌਵੀਂ ਅਵਸਥਾ 'ਚ ਬਾਲ ਸੀ ਜਿਹੜੇ ਉਹ ਕਾਲੇ ਤੋਂ ਚਿੱਟੇ ਹੋ ਗਏ, ਧੌਲੇ ਆ ਗਏ। ਨੌਵੇਂ ਧੌਲੇ ਉੱਬੇ ਸ਼ਾਹ, ਪਹਿਲਾਂ ਕਾਲੇ ਸੀ ਫਿਰ ਚਿੱਟੇ ਹੋ ਗਏ, ਸ਼ਾਹ ਚਿੱਟੇ। ਫਿਰ 10ਵੀਂ ਅਵਸਥਾ 'ਚ ਇਹ ਖਤਮ ਹੋ ਗਿਆ। ਦੱਦਾ 10ਵੇਂ ਹੋਇਆ ਸਵਾ, ਕੀ ਹੋ ਗਿਆ। ਮਾਰੇ ਕਹਿੰਦੇ ਵੀ ਆਇਆ ਸੰਸਾਰ 'ਚ, ਤੇ ਇੱਥੇ ਆ ਕੇ ਇਹਨੇ ਜੋ ਮਾਲਕ ਨੂੰ ਮਿਲਣਾ ਸੀ ਉਹ ਤਾਂ ਮਿਲਿਆ ਨਹੀਂ। ਗੁਰੂ ਦੀ ਸ਼ਰਨ 'ਚ ਗਿਆ ਨਹੀਂ, ਇਹਨੇ ਭੇਤ ਨਹੀਂ ਲਿਆ। ਇਹ ਸਤਿਗੁਰੂ ਕਹਿੰਦੇ ਵੀ ਗੁਰੂ ਤੋਂ ਬਿਨਾਂ ਇਹ ਫਿਰ ਸਾਰਾ ਜੀਵਨ ਆਪਦਾ ਸਤ ਸੰਗਤ ਤੋਂ ਬਿਨਾਂ ਵਿਅਰਥ ਹੀ ਬਰਬਾਦ ਕਰਕੇ ਤੋਂ ਫਿਰ ਚੱਲਾ ਗਿਆ। ਸਤਿਗੁਰੂ ਕਹਿੰਦੇ ਆਇਆ ਗਿਆ ਮੋਇਆ ਨਾਮ, ਪਿੱਛੇ ਪੱਤਲ ਸਦਈਏ ਕਾਵ, ਨਾਨਕ ਮਨ ਮਖੰਦ ਪਿਆਰ, ਬਾਂਝ ਗੁਰੂ ਡੂਬਾ ਸੰਸਾਰ। ਗੁਰੂ ਤੋਂ ਵਾਂਝੇ ਰਹਿ ਕੇ, ਗੁਰੂ ਦੀ ਨਾਮ ਮੱਤ ਲੈਣ ਕਰਕੇ ਇਹ ਸਾਰੇ ਜੀਵਨ ਦਾ, ਜੀਵ ਦੀ ਅਵਸਥਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਗੁਰੂ ਨਾਨਕ ਦੇਵ ਜੀ ਨੇ 10 ਅਵਸਥਾ ਸਾਰਾ ਦੱਸਤਾ। ਪਰ ਪਹਿਲਾਂ ਕਿਵੇਂ ਬੱਚਾ ਹੁੰਦਾ, ਕਿਵੇਂ ਦੁੱਧ ਨਾਲ ਪਿਆਰ ਪੈਂਦਾ, ਫਿਰ ਮਾਂ ਬਾਪ ਦੀ ਸੋਝੀ, ਫਿਰ ਭੈਣ ਭਰਾਵਾਂ ਦੀ, ਫਿਰ ਖੇਡਾਂ ਨਾਲ ਪਿਆਰ ਪੈ ਗਿਆ, ਫਿਰ ਖਾਣ ਪੀਣ ਦਾ, ਉਹਨਾਂ ਦੇ ਨਾਲ ਪਦਾਰਥਾਂ ਨਾਲ ਪਿਆਰ ਪਾ ਲਿਆ, ਫਿਰ ਵਿਆਹਿਆ ਗਿਆ, ਫਿਰ ਕਰੋਧੀ ਹੋ ਗਏ, ਫਿਰ ਚੀਜ਼ ਸੁਕਾਲਿਆਂ ਤੋਂ ਚਿੱਟੇ ਹੋ ਗਏ, ਫਿਰ ਸਵਾਹ ਹੋ ਗਿਆ, ਮਰ ਗਿਆ। ਹੁਣ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰੂ ਤੋਂ ਬਿਨਾਂ ਜੀਵ ਦਾ ਜਿਹੜਾ ਫਿਰ ਜੀਵਨ ਇਹ ਸਾਰਾ ਵਿਅਰਥ ਹੀ ਚਲਾ ਗਿਆ। ਵੀ ਉਹਨੇ ਪ੍ਰੇਮ ਦਾ ਮਾਰਗ, ਜਿਹੜੀ ਇਹ ਪ੍ਰੇਮ ਕਹਾਣੀ ਸੀ ਉਹਦੀ ਸ਼ੁਰੂ ਹੀ ਨਹੀਂ ਹੋਈ। ਕਿ ਆਗੇ ਉਹ ਪ੍ਰੇਮ ਦੇ ਮਾਰਗ ਦੇ ਤਾਂ ਚੱਲੇ ਹੀ ਨਾ, ਉਹਦਾ ਸਾਰੀ ਉਮਰ ਦਹਾਗਣ ਨਹੀਂ ਰਹੀ, ਪਤੀ ਵਾਲੀ ਤਾਂ ਉਹ ਸੁਰਤੀ ਬਣੀ ਹੋਈ ਨਹੀਂ। ਇਸ ਲਈ ਵੀ ਉਹਨੇ ਇਸ ਸੰਸਾਰ 'ਚ ਆਪਦਾ ਜਿਹੜਾ ਪਤੀ ਪਰਮੇਸ਼ਰ ਸੀ ਉਹਨੂੰ ਵਿਸਾਰੀ ਰੱਖਿਆ, ਉਹਨੂੰ ਭੁੱਲਿਆ ਹੀ ਰੱਖੀ। ਤੇ ਮਹਾਰਾਜ ਤਾਈਆਂ ਫਿਰ ਉਹਨੂੰ ਲਾਹਨਤ ਪਾਉਂਦੇ, ਕਹਿੰਦੇ ਖਸਮ ਵਿਸਾਰੀ ਤੇ ਕਮਜਾਤ।
ਜਿਹਨੇ ਆਪਦੇ ਪਤੀ ਨੂੰ ਹੀ ਵਿਸਾਰ ਦਿੱਤਾ ਵੀ ਲਾਨਤ ਹੈ ਉਹ ਤਾਂ। ਸੋ ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਮਨਮੁਖ ਤਾਂ ਸਾਰੀ ਉਮਰ ਸੁੱਤਾ ਹੀ, ਸਾਰੀ ਉਮਰ ਜਿਹੜੀ ਉਹਦੀ ਸੀ ਉਹਦੀ ਸੁੱਤੇ ਦੀ ਲੰਘੀ ਭਰਮ ਦੇ ਵਿੱਚ, ਤ੍ਰੈ ਗੁਣਾਂ 'ਚ ਮਾਇਆ ਦੇ ਵਿੱਚ ਹੀ ਸੁੱਤਾ ਰਹੇਗਾ। ਗੁਰੂ ਕਿਰਪਾ ਕਰੇ ਤੇ ਫਿਰ ਇਹ ਸਾਡਾ ਮਨ ਸੁੱਤਾ ਹੋਇਆ ਜਾਗਦਾ। ਮਹਾਰਾਜ ਕਹਿੰਦੇ ਸਗਲੀ ਰਹਿਣ ਸੋਈ ਅੰਧਿਆਰੀ, ਗੁਰ ਕਿੰਚਿਤ ਕਿਰਪਾ ਜਾਗੇ। ਵੀ ਗੁਰੂ ਕਿਰਪਾ ਕਰੇ ਤੇ ਮਨ ਨਹੀਂ ਜਾਗੇ, ਉਹਦਾ ਤਾਂ ਜਾਗਦਾ ਹੀ ਨਹੀਂ। ਸਾਰੀ ਉਮਰ ਸਾਰੀ ਰਹਿਣ ਸੁੱਤੀ ਦੀ ਲੰਘੀ ਜੀਵ ਇਸਤਰੀ। ਸੋ ਇਸ ਲਈ ਫਿਰ ਕਹਿੰਦੇ ਵੀ ਸੁੱਤੇ ਨਾ ਰਹੋ, ਜਾਗੋ। ਹੁਣ ਜਾਗੀਏ ਕਿਵੇਂ? ਦੋ ਵਸਤਾਂ 'ਚ ਸਾਡੀ ਇਹ ਸੁਰਤੀ, ਸਾਡਾ ਮਨ ਜਾਗਦਾ ਹੈ। ਜਿਆਦਾ ਹੁਣ ਅਸੀਂ ਗੁਰੂ ਦਾ ਬਚਨ ਕਮਾਈਏ, ਸਿਮਰਨ ਕਰੀਏ, ਫਿਰ ਇਹ ਜਾਗੇਗਾ। ਮਾਰੇ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ, ਫਿਰ ਜਾਗ ਪੈਂਦਾ। ਜਿਹੜੇ ਜੀਵਨ ਸਿਮਰਨ ਕਰਦੇ ਨਹੀਂ, ਸਾਧ ਸੰਗਤ ਕਰਦੇ ਨਹੀਂ, ਉਹਨਾਂ ਦਾ ਮਨ ਉਦੋਂ ਜਾਗਦਾ ਜਦੋਂ ਦਿੱਤਾ ਹੋਇਆ ਸਮਾਂ ਸਵਾਸਾਂ ਦਾ ਧਨ ਖਤਮ ਹੁੰਦਾ। ਜਦੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਫਿਰ ਜਾਮਾ ਕੇ ਜਗਾਉਂਦੇ। ਜਾਮਾਂ ਦਾ ਜਗਾਉਣ ਦਾ ਜਿਹੜਾ ਤਰੀਕਾ ਫਿਰ ਆ ਕੇ ਸਿਰ ਦੇ ਵਿੱਚ ਜ਼ੋਰ ਦੀ ਡੰਡਾ ਮਾਰਦੀ। ਜਿਉਂ ਹੀ ਸਿਰ ਦੇ ਵਿੱਚ ਡੰਡਾ ਪੈਂਦਾ ਮਨਮੁਖ ਜੀਵ ਉਦੋਂ ਜਾਗਦਾ। ਤੇ ਜਦੋਂ ਜਾਗਦਾ ਇੱਕਦਮ ਜਾਗ ਕੇ ਅੱਖ ਜਦੋਂ ਖੁੱਲ੍ਹਦੀ ਇਹਦੀ ਫਿਰ ਪੁੱਛਦਾ ਵੀ ਮੈਂ ਕਿੱਥੇ, ਕਿਉਂਕਿ ਉਹ ਸੁਪਨਾ ਦੇਖ ਰਿਹਾ ਸੀ। ਇਹੋ ਜਮ ਦੱਸਦੇ ਵੀ ਹੁਣ ਤੂੰ ਸਾਡੇ ਕੋਲ ਫੜ ਲੈਂਦੇ ਹੋ, ਇਹ ਤੇਰਾ ਜਿਹੜਾ ਸਮਾਂ ਸੀ ਦਿੱਤਾ ਹੋਇਆ ਖਤਮ ਹੋ ਗਿਆ, ਤੂੰ ਸੁਪਨਾ ਦੇਖ ਰਿਹਾ ਸੀ। ਇਸੇ ਫਿਰ ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਜਮ ਕੋ ਡੰਡ ਪੜਿਓ ਸਿਰ ਉੱਪਰ, ਤਬ ਸੋਭਤ ਹੈ ਜਾਗਿਓ। ਕਹਾਂ ਹੋ ਤਬ ਕੇ ਪਛਤਾਈ, ਛੂਟਤ ਨਾਹੀ ਭਾਗਿਓ। ਉਦੋਂ ਪਛਤਾਉਂਦਾ ਤੇ ਉਦੋਂ ਭੱਜ ਨਹੀਂ ਸਕਦਾ, ਛੁੱਟ ਨਹੀਂ ਸਕਦਾ ਜਮਾਂ ਤੋਂ, ਕਿ ਉਦੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਜਿਹੜਾ ਮੋਹ ਸੀ ਉਹ ਗਲ 'ਚ ਫਾਹੀ ਪਾ ਕੇ ਬਣ ਜਾਂਦਾ, ਤੇ ਲੋਭ ਜਿਹੜਾ ਉਹ ਬੇੜੀਆਂ ਪਾ ਲੈਂਦਾ ਪੈਰਾਂ ਦੇ ਵਿੱਚ। ਤੇ ਜਿਹੜੇ ਤਿੰਨ ਇਹ ਬਾਕੀ ਕੁੱਟਣਾ ਸ਼ੁਰੂ ਕਰ ਦਿੰਦੇ। ਉਦੋਂ ਪਤਾ ਲੱਗਦਾ ਜੀਵਨ ਨੂੰ ਵੀ ਇਹ ਹੋ ਕੀ ਗਿਆ, ਵੀ ਮੈਂ ਤਾਂ ਬੜੀ ਗੂੜੀ ਨੀਂਦ ਸੁੱਤਾ ਪਿਆ ਸੀ, ਬੜਾ ਸੋਹਣਾ ਸੁਪਨਾ ਦੇਖ ਰਿਹਾ ਸੀ। ਸੁਪਨੇ ਦੇ ਵਿੱਚ ਕੋਈ ਮਾਂ ਬਣੀ ਸੀ, ਕੋਈ ਪਿਓ ਬਣਿਆ ਸੀ, ਕੋਈ ਭਰਾ ਬਣਿਆ ਸੀ, ਕੋਈ ਭੈਣ ਬਣੀ ਹੋਈ ਸੀ, ਕੋਈ ਧੀਆਂ ਪੁੱਤਰ ਬਣੇ ਹੋਏ ਸੀ। ਉਹ ਜਦੋਂ ਮਨ ਜਾਗੇ ਤੇ ਉਹ ਸਾਰਾ ਕੁਝ ਹੀ ਉਲਟ ਗਿਆ ਖੇਡ, ਉਹ ਸਾਰੇ ਹੀ ਪਾਸੇ ਹੋ ਗਏ। ਉਹ ਪਤਾ ਲੱਗ ਗਿਆ ਵੀ ਇਹ ਤਾਂ ਮੇਰੇ ਨਾਲ ਧੋਖਾ ਹੋ ਗਿਆ, ਜਿਨ੍ਹਾਂ ਨੂੰ ਮੈਂ ਆਪਦੇ ਸਮਝਦਾ ਸੀ ਇਹ ਤਾਂ ਮੇਰੇ ਹੈ ਹੀ ਨਹੀਂ। ਤੇ ਉਹੀਓ ਸਾਨੂੰ ਸਤਿਗੁਰੂ ਪਹਿਲਾਂ ਸਮਝਾਉਂਦੇ ਨੇ ਵੀ ਇਹ ਤੇਰੇ ਨਹੀਂ, ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ, ਤੂੰ ਇਕੱਲਾ ਆਇਆ, ਇਕੱਲੇ ਨਹੀਂ ਇੱਥੋਂ ਜਾਣਾ ਵਾਪਸ। ਇਸ ਲਈ ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਸਤਿਗੁਰੂ ਕਹਿੰਦੇ ਇਸ ਸੰਸਾਰ 'ਚ ਅਸੀਂ ਨਹੀਂ ਕੋਈ ਮਿੱਤਰ ਦੇਖਿਆ ਵੀ ਜਿਹੜਾ ਅੱਗੇ ਸਾਥ ਦੇਵੇ, ਕੋਈ ਨਾਲ ਚੱਲੇ। ਸਾਰੇ ਆਪੋ ਆਪਣੇ ਸੁੱਖਾਂ ਕਰਕੇ ਜੁੜੇ ਹੋਏ ਸੀ, ਉਹ ਸਰੀਰ ਨਾਲ ਜੁੜੇ ਹੋਏ ਸੀ, ਤੇ ਸਰੀਰ ਤੋਂ ਉਹਨੂੰ ਅਲੱਗ ਕਰ ਲਿਆ, ਮਨ ਸਰੀਰ ਤੋਂ ਵੱਖ ਕਰ ਲਿਆ।
ਮਹਾਰਾਜ ਕਹਿੰਦੇ ਸਾਰੇ ਧਨ ਕਰਕੇ ਜੁੜੇ ਸੀ। ਧਨ ਕੀ ਸਵਾਸਾਂ ਦਾ ਧਨ ਸਵਾਸ ਆ ਰਹੇ ਸੀ ਤੇ ਕਹਿੰਦੇ ਸੀ ਸਾਡਾ ਹੈ। ਜਦੋਂ ਸਵਾਸ ਖਤਮ ਹੋ ਗਏ ਤੇ ਉਹ ਤੋਂ ਡਰੀ ਜਾਂਦੇ ਵੀ ਮਰ ਗਿਆ ਹੁਣ, ਉਹ ਪ੍ਰੇਤ ਲੱਗਣ ਲੱਗ ਜਾਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਅੱਧੀ ਘੜੀ ਵੀ ਨਹੀਂ ਕੋਈ ਜ਼ਿਆਦਾ ਰੱਖਦਾ, ਵੀ ਲੈ ਜਾਓ, ਰਾਤ ਚੌਵੀਂ ਨਹੀਂ ਰੱਖਣਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਇੰਨਾ ਕੁ ਸੰਸਾਰ ਦੇ ਵਿੱਚ ਜੀਵਨ ਦਾ ਪਿਆਰ, ਸਭ ਕੁਛ ਜੀਵਤ ਕੋ ਬਿਹਾਰ, ਮਾਤ ਪਿਤਾ ਭਾਈ ਸੁਤ ਬੰਧਪ ਔਰ ਫਨ ਗ੍ਰਹਿ ਕੀ ਨਾਰ। ਮਾਤਾ ਪਿਤਾ ਭੈਣ ਭਰਾ ਪਤਨੀ ਸਭ ਕਿੰਨਾ ਸਮਾਂ ਸੀ ਇਜਾਜ਼ਤ ਉਹ ਜਿਉਂਦਾ ਸੀ, ਸਵਾਸ ਚੱਲਦੀ ਸੀ। ਤੇ ਮਹਾਰਾਜ ਕਹਿੰਦੇ ਜਬ ਹੀ ਪ੍ਰਾਣ, ਵੀ ਜਦੋਂ ਇਹ ਤਨ ਤੇ ਪ੍ਰਾਣ ਨਿਆਰੇ ਹੋਵੇ, ਜਬ ਹੀ ਪ੍ਰਾਣ ਹੋਏ ਤਨ ਤੇ ਨਿਆਰੇ, ਤੇਰਤ ਪ੍ਰੀਤ ਪੁਕਾਰ, ਆਦਿ ਘਰੀ ਕੋ ਨ ਰੱਖਤ, ਘਰ ਤੇ ਦੇਤ ਨਕਾਰ। ਵੀ ਉਦੋਂ ਹੀ ਪ੍ਰੀਤ ਲੱਗਣ ਲੱਗ ਜਾਂਦਾ। ਕਹਿੰਦੇ ਪ੍ਰੀਤ ਅੱਧੀ ਘੜੀ ਵੀ ਨਹੀਂ ਕੋਈ ਜ਼ਿਆਦਾ ਰੱਖਦਾ। ਸੋ ਇਸ ਲਈ ਫਿਰ ਸਤਿਗੁਰੂ ਕਹਿੰਦੇ ਮਨ ਨੂੰ ਸਮਝਾਉਂਦੇ ਵੀ ਇਹ ਗੱਲ ਤੂੰ ਜਾਣ ਲਾ, ਵੀ ਬਾਅਦ ਚੋਂ ਤੂੰ ਪਛਤਾਉਣਾ ਹੈ। ਜੋ ਇਹ ਸਾਡੇ ਨਾਲ ਪਤਾ ਨਹੀਂ ਕਿੰਨੀ ਕੁ ਵਾਰ ਹੋਇਆ ਇਹ ਚੀਜ਼, ਜਿਉਂ ਆਪਾਂ ਸਤਿਯੁਗ ਤੋਂ ਚੱਲੇ ਹਾਂ, ਇੰਨੀਆਂ ਜੂਨਾਂ ਦੇ ਵਿੱਚ ਆਪਾਂ ਹੁੰਦੇ ਆ ਰਹੇ, ਵਿੱਚ ਦੀ ਮਾਨਸ ਜਾਮਾ ਵੀ ਮਿਲਦਾ ਰਿਹਾ। ਮਾਨਸ ਜਾਮਾ ਮਿਲਿਆ, ਪੂਰਨ ਗੁਰੂ ਨਾ ਮਿਲੇ, ਪੂਰਨ ਸੰਤ ਸਾਧੂ ਨਾ ਮਿਲੇ ਤੇ ਅਸੀਂ ਮਾਨਸ ਜਾਮੇ ਦਾ ਲਾਹਾ ਨਹੀਂ ਕੱਟ ਸਕਦੇ। ਇਹ ਕਿੰਨੀ ਵਾਰ ਮਾਨਸ ਜਾਮਾ ਵੀ ਮਿਲਿਆ। ਮਾਨਸ ਜਾਮੇ ਵਿੱਚ ਸਾਡੇ ਸੰਜੋਗੀ ਭੈਣ ਭਰਾ, ਮਾਂ ਪਿਓ, ਧੀਆਂ ਪੁੱਤਰ, ਪਤੀ ਪਤਨੀ ਕਿੰਨੇ ਅਸੀਂ ਬਣੇ। ਤੇ ਉਹਨਾਂ ਸਮੇਂ ਵੀ ਜਿੰਨਾ ਸਮਾਂ ਸਵਾਸ ਹੁੰਦੇ, ਉਹ ਸੰਬੰਧ ਹੁੰਦਾ, ਜਦੋਂ ਸਵਾਸ ਮੁੱਕ ਜਾਂਦੇ ਉਹ ਸਾਰਾ ਕੁਝ ਹੀ ਖਤਮ ਹੋ ਜਾਂਦਾ। ਇਸ ਲਈ ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਇਹ ਸਿਰਫ ਜਿਉਂਦਿਆਂ ਦਾ ਹੀ ਵਿਹਾਰ, ਵੀ ਤੁਹਾਡੇ ਸਵਾਸ ਚੱਲ ਰਹੇ ਤੇ ਕਹਿੰਦੇ ਪਿਆਰ ਹੈ। ਜਦੋਂ ਤੁਹਾਡੇ ਸਵਾਸ ਖਤਮ ਹੋ ਗਏ ਉਦੋਂ ਤੁਹਾਡੇ ਤੇ ਔਖੀ ਘੜੀ ਆਉਣੀ, ਉਦੋਂ ਮੁਸੀਬਤ ਪੈਣੀ। ਫਿਰ ਪਤਾ ਲੱਗਣਾ ਵੀ ਔਖੀ ਘੜੀ ਦੇ ਵਿੱਚ ਸਾਡਾ ਸਾਥ ਕੌਣ ਦਿੰਦਾ। ਇਹ ਜਿਨ੍ਹਾਂ ਨੂੰ ਅਸੀਂ ਆਪਦੇ ਸੰਗੀ ਕਹਿੰਦੇ ਹਾਂ, ਇਹ ਤਾਂ ਸਾਥ ਸਾਡਾ ਉਦੋਂ ਹੀ ਛੱਡ ਜਾਂਦਾ। ਜਾਂ ਤਾਂ ਕੋਈ ਇਹਨਾਂ ਚੋਂ ਜਾਗਿਆ ਹੋਵੇ, ਕੋਈ ਸੰਤ ਸਾਧੂ ਹੋਵੇ, ਕੋਈ ਗੁਰਸਿੱਖ ਹੋਵੇ ਜਿਹੜਾ ਮਨ ਜਾਗਿਆ, ਉਹ ਜਾ ਕੇ ਸਾਨੂੰ ਦੇਖ ਲਵੇ ਅੰਦਰੋਂ ਤੇ ਉਹ ਸਾਡੀ ਮਦਦ ਕਰ ਦੇਵੇ। ਨਹੀਂ ਤਾਂ ਇਹ ਤਾਂ ਸੁੱਤੇ ਨੇ ਤਾਂ ਸਾਡੀ ਕੋਈ ਮਦਦ ਨਹੀਂ ਕਰਨੀ। ਇਸ ਵਾਸਤੇ ਫਿਰ ਸਤਿਗੁਰੂ ਮਨ ਨੂੰ ਸਮਝਾਉਂਦੇ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਸਭ ਲਾਗਿਓ, ਕੋ ਕਾਹੂ ਕੋ ਨਾ। ਵੀ ਇੱਥੇ ਸਿਰਫ ਜੀਵ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ ਬੰਧਨਾਂ 'ਚ। ਜਦ ਤੱਕ ਤਾਂ ਤੁਸੀਂ ਸੁਖੀ ਹੋ, ਤੁਹਾਨੂੰ ਸਵਾਸ ਆ ਰਹੇ, ਤੁਹਾਡੇ ਅੱਗੇ ਪਿੱਛੇ ਚਾਰ ਚੁਫੇਰੇ ਤੁਹਾਨੂੰ ਘੇਰ ਕੇ ਬਹਿ ਜਾਣ। ਸੁਖ ਮੇ ਆਨ ਬਹੁਤ ਮਿਲ ਬੈਠਤ, ਰਹਿਤ ਚਾਹੁੰ ਦਿਸ ਘੇਰੀ, ਬੈਫਤ ਭਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨੇੜੀ। ਸਤਿਗੁਰੂ ਕਹਿੰਦੇ ਵੀ ਜਦੋਂ ਤੁਹਾਡੇ ਤੇ ਵਿਵਸਥਾ ਵੀ ਕਿਸੇ ਨੇ ਤੁਹਾਡੇ ਨੇੜੇ ਨਹੀਂ ਢੁਕਣਾ। ਵਿਵਸਥਾ ਕਦੋਂ ਪੈਣੀ? ਜਦੋਂ ਤੁਹਾਡਾ ਸਮਾਂ ਖਤਮ ਹੋ ਗਿਆ। ਜਦੋਂ ਤੁਹਾਡੇ ਪ੍ਰਾਣ ਖਤਮ ਹੋਏ ਉਦੋਂ ਵਿਵਸਥਾ ਪੈਣੀ, ਉਦੋਂ ਮੁਸੀਬਤ ਪੈਣੀ। ਇਹ ਉਦੋਂ ਕਿਸੇ ਨੇ ਨੇੜੇ ਨਹੀਂ ਆਉਣਾ। ਜਿਹੜੇ ਪਰਿਵਾਰ ਦੇ ਮੈਂਬਰ ਹੀ ਲਾਗੇ ਹੋ ਬਹਿੰਦੇ ਇਕੱਠੇ ਹੋ ਕੇ, ਉਹੀਓ ਪ੍ਰੀਤ ਕਹਿਣ ਲੱਗ ਜਾਂਦੇ। ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਉਹ ਪ੍ਰੀਤ ਕਰ ਭਾਗੀ। ਵੀ ਜਿਹੜੇ ਪਰਿਵਾਰ ਹੀ ਪਹਿਲਾਂ ਨੇੜੇ ਨਾਲ ਜੁੜ ਕੇ ਬਹਿੰਦਾ ਸੀ ਤੇ ਉਹੀਓ ਕਹਿਣ ਲੱਗ ਜਾਂਦਾ ਪ੍ਰੀਤ ਹੈ, ਉਹ ਡਰਦਾ। ਉਹ ਸਤਿਗੁਰੂ ਕਹਿੰਦੇ ਵੀ ਇੰਨਾ ਕੁ ਜੀਵਨ ਦਾ ਫਿਰ ਇਹ ਵਿਹਾਰ, ਇਹ ਪਿਆਰ ਇਹ ਝੂਠਾ, ਇਹ ਵੈਦਿਕ ਵਿਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ। ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਵੀ ਅੰਤ ਵਾਰ ਅੰਤ ਸਮੇਂ ਪਰਮਾਤਮਾ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਸਾਡਾ ਕਿਸੇ ਨੇ ਸੰਗੀ ਸਾਥੀ ਨਹੀਂ ਬਣਨਾ, ਕਿਸੇ ਨੇ ਸਾਡਾ ਸਾਥ ਨਹੀਂ ਦੇਣਾ। ਤੇ ਜਿਹਨੇ ਫਿਰ ਸਾਡਾ ਸਾਥ ਦੇਣਾ ਔਖੀ ਘੜੀ 'ਚ, ਕਿਉਂ ਨਾ ਆਪਾਂ ਉਹਨੂੰ ਚੇਤੇ ਕਰੀਏ, ਕਿਉਂ ਨਾ ਉਹਦੇ ਨਾਲ ਪ੍ਰੇਮ ਕਰੀਏ। ਜਿਵੇਂ ਸੰਸਾਰ ਦੇ ਵਿੱਚ ਆਪਾਂ ਕਹਿੰਦੇ ਹਾਂ ਨਾ ਵੀ ਜਿਹਨੇ ਸਾਡਾ ਔਖੇ ਸਮੇਂ ਮੁਸੀਬਤ ਦੇ ਵਿੱਚ ਸਾਥ ਦਿੱਤਾ, ਵੀ ਉਹੀਓ ਸਾਡਾ ਅਸਲੀ ਸੱਜਣ, ਸਾਡਾ ਮਿੱਤਰ ਹੈ, ਵੀ ਔਖੀ ਘੜੀ 'ਚ ਸਾਡਾ ਸਾਥ ਦਿੱਤਾ। ਤੇ ਜਿਹਨੇ ਮੁਸੀਬਤ 'ਚ ਸਾਡਾ ਸਾਥ ਹੀ ਛੱਡ ਗਿਆ, ਆਪਾਂ ਕਹਿੰਦੇ ਨੇ ਵੀ ਉਹ ਸਾਡਾ ਕੀ ਲੱਗਦਾ, ਵੀ ਜਿਹਨੇ ਸਾਡਾ ਸਾਥ ਤਾਂ ਦਿੱਤਾ ਹੀ ਨਾ। ਹੁਣ ਇਸੇ ਤਰ੍ਹਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਤੇ ਮੁਸੀਬਤ ਕਦੋਂ ਪੈਣੀ, ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ, ਸਵਾਸਾਂ ਦਾ ਧਨ। ਤੇ ਉਸ ਮੁਸੀਬਤ ਦੇ ਵਿੱਚ ਸਾਡਾ ਮਾਲਕ ਨੇ ਸਾਥ ਦੇਣਾ, ਪਰਮਾਤਮਾ, ਉਹਨੇ ਸਾਡੀ ਬਾਂਹ ਫੜਨੀ। ਤੇ ਇਸ ਵਾਸਤੇ ਫਿਰ ਆਪਣਾ ਤਾਂ ਸਾਰਾ ਕੁਛ ਉਹੀਓ ਹੋ ਗਿਆ, ਪਰਮਾਤਮਾ ਵਾਹਿਗੁਰੂ। ਭਾਈਓ ਫਿਰ ਗੁਰਮੁਖਾਂ ਨੇ ਆਖਿਆ ਵੀ ਸਾਨੂੰ ਤੇਰੇ ਬਰਾਬਰ ਹੋਰ ਦੂਜਾ ਕੋਈ ਨਹੀਂ ਲੱਗਦਾ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ, ਮੋਹੇ ਤੁਮ ਸਾਵਰ ਨਾ ਲਾਗੀ। ਵੀ ਸਾਨੂੰ ਤੇਰੇ ਵਰਗਾ ਹੋਰ ਕੋਈ ਲੱਗਦਾ ਹੀ ਨਹੀਂ, ਹੋਰ ਕੋਈ ਦਿਸਦਾ ਹੀ ਨਹੀਂ ਤੇਰੇ ਵਰਗਾ, ਜਿਹੜਾ ਇੰਨਾ ਦਿਆਲੂ, ਇੰਨਾ ਕਿਰਪਾਲੂ, ਜਿਹੜਾ ਸਾਡਾ ਕਦੇ ਸਾਥ ਨਹੀਂ ਛੱਡਦਾ, ਔਖੀ ਘੜੀ ਵਿੱਚ ਵੀ ਸਾਡਾ ਤੂੰ ਸਾਥ ਨਹੀਂ ਛੱਡਦਾ। ਇਸ ਵਾਸਤੇ ਫਿਰ ਮਾਲਕ ਪਰਮਾਤਮਾ ਨਿਰੰਕਾਰ ਉਹ ਹੁਣ ਵੀ ਆਪਣੇ ਨਾਲ ਨੇ, ਤੇ ਜਦੋਂ ਅਸੀਂ ਦੇਹ ਛੱਡਾਂਗੇ ਉਦੋਂ ਵੀ ਆਪਣੇ ਨਾਲ। ਪਰ ਨਾਲ ਉਹ ਤਾਂ ਜੇ ਅਸੀਂ ਇੱਥੇ ਉਹਦੇ ਸਨਮੁਖ ਹੋਵਾਂਗੇ, ਜੇ ਅਸੀਂ ਇੱਥੇ ਸਿਮਰਨ ਕਰਾਂਗੇ। ਜਿਵੇਂ ਮਹਾਰਾਜ ਸਾਨੂੰ ਸਮਝਾਉਂਦੇ ਵੀ ਇੱਕ ਜਿਵੇਂ ਜੀਵ ਇਸਤਰੀ ਹੁੰਦੀ, ਵੀ ਉਹਦਾ ਘਰ ਪੇਕਾ ਘਰ ਹੁੰਦਾ ਤੇ ਇੱਕ ਸਹੁਰਾ ਘਰ ਹੁੰਦਾ। ਹੁਣ ਅਸੀਂ ਇੱਥੇ ਪੇਕੇ ਘਰ ਹੈ, ਸਾਡੇ ਪਤੀ ਦਾ ਘਰ ਹੈ ਜਿਹੜਾ, ਉਹ ਅਸੀਂ ਉੱਥੇ ਜਾਣਾ ਵਾਪਸ ਚੌਥੇ ਪਦ ਦੇ ਵਿੱਚ, ਆਪਣੇ ਦੇਸ਼, ਆਪਣੇ ਅਸਲ ਘਰ। ਆਈਓ ਮਹਾਰਾਜ ਕਹਿੰਦੇ ਪੀਵ ਘੜੇ ਦਿਨ ਚਾਰ ਹੈ ਸਹੁਰੇ ਜਾਣਾ, ਵੀ ਸਹੁਰੇ ਜਾਣਾ ਇੱਥੇ ਤਾਂ ਕੁਝ ਸਮੇਂ ਵਾਸਤੇ, ਸਦਾ ਨਹੀਂ ਰਹਿ ਸਕਦੇ। ਹੁਣ ਜੇ ਅਸੀਂ ਇੱਥੇ ਸੁੱਤੇ ਰਹੇ, ਇੱਥੇ ਨਾ ਚੇਤੇ ਕੀਤਾ, ਇਹ ਫਿਰ ਅਸੀਂ ਅੱਗੇ ਕਿਵੇਂ ਉੱਥੇ ਮਾਲਕ ਨੂੰ ਮਿਲਾਂਗੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਅਸੀਂ ਸਾਰੇ ਨੇ ਇੱਥੋਂ ਜਾਣਾ, ਸਭ ਮਕਲਾਵਣ ਹਾਰ ਸਹੁਰੇ ਵੰਝਣਾ, ਸਭ ਨੇ ਜਾਣਾ। ਤੇ ਜਿੱਥੇ ਅਸੀਂ ਜਾਣਾ ਉਹ ਸਾਡਾ ਪਤੀ ਪਰਮੇਸ਼ਰ ਸਾਨੂੰ ਆਵਾਜ਼ਾਂ ਮਾਰ ਰਹੀ ਹੈ, ਤੇ ਉਹ ਸਾਨੂੰ ਲੈਣ ਵਾਸਤੇ ਆਉਂਦੇ ਤੇ ਸਾਡੀ ਤਿਆਰੀ ਨਹੀਂ। ਉਹ ਸਾਨੂੰ ਵਿਆਹਣ ਵਾਸਤੇ ਆਉਂਦੇ, ਅਸੀਂ ਤਿਆਰ ਨਹੀਂ, ਵਿਆਹ ਵਾਸਤੇ ਅਸੀਂ ਤਿਆਰੀ ਨਹੀਂ ਕੀਤੀ। ਉਹਦੇ ਵਾਸਤੇ ਫਿਰ ਸਾਨੂੰ ਤਿਆਰੀ ਕਰਨੀ ਪੈਂਦੀ। ਜਿਵੇਂ ਆਪਾਂ ਸੰਸਾਰ 'ਚ ਦੇਖਦੇ, ਲੜਕੀ ਦਾ ਵਿਆਹ ਹੁੰਦਾ, ਕਿੰਨੀਆਂ ਤਿਆਰੀਆਂ ਹੁੰਦੀਆਂ, ਕਿੰਨਾ ਕਿੰਨਾ ਸਮਾਂ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਉਹ ਵੀ ਵਿਆਹ ਇੱਕ ਦਿਨ ਦਾ ਨਹੀਂ ਹੁੰਦਾ, ਮਾਂ ਪਿਓ ਕਿੰਨਾ ਬਚਪਨ ਤੋਂ ਹੀ ਉਹਦਾ ਸੋਚਣ ਲੱਗ ਜਾਂਦੇ, ਥੋੜਾ ਥੋੜਾ ਕਰਕੇ ਬਈ ਤਾਂ ਕਿ ਇਹਦਾ ਵਿਆਹ ਕਰਨਾ। ਇਸੇ ਤਰ੍ਹਾਂ ਹੀ ਹੁਣ ਸਾਡੀ ਸੁਰਤੀ ਦਾ ਵਿਆਹ ਹੋਣਾ, ਤੇ ਉਹ ਤਿਆਰੀ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ। ਇਹ ਤਾਂ ਹੈ ਨਹੀਂ ਬਈ ਉੱਦਾਂ ਹੀ ਅਸੀਂ ਕੋਈ ਤਿਆਰੀ ਨਹੀਂ ਕੀਤੀ ਤੇ ਸਾਨੂੰ ਮਾਲਕ ਵਿਆਹੁਣ ਆ ਜੇ, ਇੱਦਾਂ ਤਾਂ ਹੋਣਾ ਨਹੀਂ। ਉਹਦੇ ਵਾਸਤੇ ਫਿਰ ਸਾਨੂੰ ਪੂਰੀ ਤਿਆਰੀ ਕਰਨੀ ਪੈਂਦੀ, ਪੂਰਾ ਸਾਨੂੰ ਹਾਰ ਸ਼ਿੰਗਾਰ ਕਰਨਾ ਪੈਂਦਾ ਗੁਰਮੁਖਾਂ ਵਾਲਾ, ਸੁਹਾਗਣ ਵਾਲਾ। ਤੇ ਉਹ ਫਿਰ ਆਪਣਾ ਹਾਰ ਸ਼ਿੰਗਾਰ ਹੁੰਦਾ ਨਾਮ ਦੁਆਰਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਫਿਰ ਵੀ ਤੁਸੀਂ ਇਹ ਗਲ ਦੇ ਵਿੱਚ, ਆਪਦੇ ਕੰਠ ਦੇ ਵਿੱਚ ਹਾਰ ਪਾਓ, ਵੀ ਜਿਹੜਾ ਪਤੀ ਨੂੰ ਬੜਾ ਸੋਹਣਾ ਲੱਗਦਾ, ਚੰਗਾ ਲੱਗਦਾ।
ਉਹ ਆਵਾ ਪੁੱਛਦੇ ਗੁਰਮੁਖਾਂ ਤੋਂ ਵੀ ਉਹ ਕਿੱਥੋਂ ਹਾਰ ਮਿਲਦਾ, ਵੀ ਕਿਹੜਾ ਹਾਰ ਤੁਸੀਂ ਕਹਿੰਦੇ? ਉਹ ਕਹਿੰਦੇ ਵੀ ਹਾਰ ਹੀਰੇ ਤੇ ਰਤਨਾਂ ਦਾ। ਇਹ ਆਵਾ ਪੁੱਛਦੇ ਵੀ ਉਹ ਕਿੱਥੋਂ ਮਿਲਦਾ? ਉਹ ਫਿਰ ਆਪ ਨੂੰ ਦੱਸਦੇ ਵੀ ਹੀਰੇ ਦਾ ਤੁਹਾਡੇ ਕੋਲ ਹੀ ਨਹੀਂ, ਇਹ ਜਿਹੜੇ ਸਵਾਸ ਨੇ ਹੀਰੇ ਨੇ ਤੁਹਾਡੇ ਕੋਲ, ਤੇ ਗੁਰੂ ਦਾ ਸ਼ਬਦ ਜਿਹੜਾ ਇਹ ਰਤਨ ਨੇ, ਤੁਸੀਂ ਉਹ ਗੁਰੂ ਦੇ ਸ਼ਬਦ ਦੇ ਵਿੱਚ ਇਹਨਾਂ ਹੀਰਿਆਂ ਨੂੰ ਜਾਣਨਾ ਹੈ। ਉਹ ਫਿਰ ਜਦੋਂ ਇਹ ਆਪਾਂ ਵਿਧੀ ਦੁਆਰਾ ਸਿਮਰਨ ਕਰਦੇ, ਸਵਾਸ ਅੰਦਰ ਜਾਂਦਾ, ਵਾਹੇ ਬਾਹਰ ਆਉਂਦਾ, ਗੁਰੂ ਬੋਲਦੇ, ਆਪਦੀ ਆਵਾਜ਼ ਨੂੰ ਪੂਰਾ ਧਿਆਨ ਨਾਲ ਸੁਣਦੇ, ਉਹ ਫਿਰ ਰਤਨ ਦੇ ਵਿੱਚ ਹੀਰੇ ਸਾਡੇ ਜੜੇ ਜਾਂਦੇ। ਇਸ ਨੂੰ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਇਹਦੇ ਸਾਡੇ ਕੰਠ ਦੇ ਵਿੱਚ ਹਾਰ ਪੈ ਜਾਂਦਾ। ਸਵਾਸ ਸਾਨੂੰ ਆ ਰਹੇ, ਆਪਾਂ ਉਹ ਰਤਨ ਦੇ ਵਿੱਚ ਹੀਰੇ ਜੜੀ ਜਾ ਰਹੇ, ਤੇ ਕੰਠ ਦੇ ਵਿੱਚ ਹਾਰ ਪੈ ਗਿਆ। ਹਰ ਹਾਰ ਕੰਠ ਜਿੰਨੀ ਪਹਿਰੇ, ਉਹ ਮਾਲਕ ਨੂੰ ਸੋਹਣਾ ਲੱਗਦਾ। ਤੇ ਫਿਰ ਆਪਾਂ ਸਹਿਜ ਦਾ ਸ਼ਿੰਗਾਰ ਕਰ ਲਿਆ, ਜਿਸ ਨੂੰ ਮਹਾਰਾਜ ਕਹਿੰਦੇ ਸਹਿਜ ਸ਼ਿੰਗਾਰ ਬਣਾਈਆ। ਇਹਦੇ ਜਿਹੜੇ ਨੇਤਰ ਸੀ, ਨੇਤਰਾਂ 'ਚ ਭੈ ਦੀਆਂ ਸਲਾਈਆਂ ਪਾ ਲਈਆਂ, ਵੀ ਮਾਲਕ ਸਾਡੇ ਸਾਹਮਣੇ, ਸਾਨੂੰ ਅੰਦਰੋਂ ਵੀ ਦੇਖ ਰਿਹਾ ਤੇ ਬਾਹਰੋਂ ਵੀ ਦੇਖ ਰਿਹਾ, ਉਹਦਾ ਭੈ। ਜਿਸ ਨੂੰ ਮਹਾਰਾਜ ਕਹਿੰਦੇ ਭੈ ਕੀਆਂ ਦਿਓ ਸਲਾਈਆਂ, ਨੈਣੀ ਭਾਵਕਾ ਕਰ ਸ਼ਿੰਗਾਰ। ਇਹਨਾਂ ਨੈਣਾਂ ਦੇ ਵਿੱਚ ਭੈ ਦੀਆਂ ਸਲਾਈਆਂ ਪਾ ਲਈਆਂ। ਭੈ ਦਾ ਸੁਰਮਾ, ਇੱਕ ਤਾਂ ਜਿਵੇਂ ਹੁੰਦਾ ਨਾ ਉਹ ਸੁਰਮਾ ਪਾਉਂਦੀਆਂ ਬੀਬੀਆਂ, ਇਹ ਜਿਹੜਾ ਗੁਰਮੁਖ ਸੁਰਮਾ ਪਾਉਂਦੇ ਉਹ ਭੈ ਦਾ, ਗਿਆਨ ਦਾ ਅੰਜਨ। ਸੋ ਇਹ ਫਿਰ ਕਹਿੰਦੇ ਵੀ ਇਹ ਗੁਰਮੁਖਾਂ ਦਾ ਹਰ ਸ਼ਿੰਗਾਰ ਜਦੋਂ ਫਿਰ ਪੂਰਾ ਹੋ ਜਾਂਦਾ, ਇਹ ਮਾਲਕ ਸਾਡੀ ਸੁਰਤੀ ਨੂੰ ਵਿਆਹੁਣ ਵਾਸਤੇ ਆਉਂਦੇ। ਜਦੋਂ ਵਿਆਹੁਣ ਵਾਸਤੇ ਆਉਂਦੇ, ਫਿਰ ਜਦੋਂ ਸਾਡਾ ਵਿਆਹ ਹੁੰਦਾ ਸੁਰਤੀ ਦਾ, ਉਹ ਫਿਰ ਸਾਡੇ ਫੇਰੇ ਹੁੰਦੇ। ਜਿਵੇਂ ਹੁਣ ਆਪਣੇ ਲਾਮਾਂ ਹੁੰਦੀਆਂ, ਪਹਿਲਾਂ ਫੇਰੇ ਹੁੰਦੇ ਸੀ, ਉਹਨਾਂ ਨੂੰ ਬੇਦੀ ਦੇ ਫੇਰੇ ਕਹਿੰਦੇ। ਅੱਗ ਬਾਲ ਕੇ ਵਿਚਾਲੇ ਅੱਗ ਦਾ ਕੁੰਡ, ਤੇ ਫਿਰ 7 ਫੇਰੇ ਲਈ ਜਾਂਦੇ। ਹੁਣ ਇਸੇ ਤਰ੍ਹਾਂ ਹੀ ਆਪਣੇ ਜੋ ਇਹ ਨਾਭ ਘਾਟ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਧੁੰਨੀ ਕਹਿੰਦੇ, ਇੱਥੇ ਸਾਡੇ ਅੰਦਰ ਅਗਨ ਦਾ ਕੁੰਡ ਹੈ। ਤੇ ਜਦੋਂ ਆਪਾਂ ਸਿਮਰਨ ਕਰਕੇ ਇੱਥੇ ਸਾਡੀ ਸੁਰਤੀ ਚਲੀ ਜਾਂਦੀ, ਇੱਥੇ ਵਿਚਾਰ ਫੁਰਨੇ ਰੁਕ ਜਾਂਦੇ, ਇੱਥੋਂ ਫਿਰ ਸ਼ਬਦ ਪ੍ਰਗਟ ਹੁੰਦਾ, ਨਾਦ। ਉਹ ਸ਼ਬਦ ਫਿਰ ਸਾਡੀ ਸੁਰਤੀ ਨੂੰ ਲੈ ਕੇ ਸਾਡੇ ਇਹ ਰੀੜ੍ਹ ਦੀ ਜਿਹੜੀ ਹੱਡੀ, ਇਹਨੂੰ ਮੇਰ ਡੰਡ ਦਾ ਨਾਮ ਦਿੱਤਾ। ਤੇ ਇਹ 6 ਘਰਾਂ ਦੇ ਵਿੱਚ ਦੀ 6 ਘਰ ਵੀ ਕਹਿੰਦੇ ਇਹਨੂੰ। ਫਿਰ 7ਵੇਂ ਘਰ ਨਿਜਮਿਲ 10ਵੇਂ ਦਵਾਰ ਦੇ ਵਿੱਚ ਸਾਡੀ ਸੁਰਤੀ ਜਾਂਦੀ। ਉਹ 7 ਫੇਰੇ ਲਏ ਜਾਂਦੇ ਸੀ ਆਪਣੇ, ਫਿਰ ਇਹ 6 ਘਰਾਂ ਦੇ ਵਿੱਚ ਦੀ ਹੁੰਦੇ ਹੋਏ ਸਾਡੀ ਸੁਰਤੀ 7ਵੇਂ ਘਰ ਆਪਣੇ ਪਤੀ ਦੇ ਘਰ ਚਲੀ ਜਾਂਦੀ। ਤੇ ਉਹ ਜਦੋਂ ਫਿਰ ਸਾਡੀ ਸੁਰਤੀ ਨੂੰ ਸ਼ਬਦ ਵਿਆਹੁਣ ਵਾਸਤੇ ਆਉਂਦਾ, 33 ਕਰੋੜ ਦੇਵੀ ਦੇਵਤਾ ਉਹ ਵਿਆਹ ਨੂੰ ਦੇਖਦਾ। ਹੋਰ ਰਿਸ਼ੀ ਮੁਨੀ ਜਿਹੜੇ ਸੁੰਨ ਦੇ ਵਿੱਚ ਸਮਾਏ ਬੈਠੇ, ਉਹ ਦੇਖਦੇ ਵੀ ਕਿਵੇਂ ਸੁਰਤੀ ਨੂੰ ਮਾਲਕ ਵਿਆਹ ਕੇ ਲੈ ਕੇ ਜਾ ਰਹੀ। ਉਹ ਫਿਰ ਸਾਰਾ ਜੋ ਸਾਡੇ ਅੰਦਰ ਦਾ, ਉਹ ਬਾਬਾ ਕਬੀਰ ਜੀ ਗੁਰਬਾਣੀ 'ਚ ਫਿਰ ਦੱਸਦੀ। ਧਨ ਰੈਣੀ ਮਨ ਪੁਨਰ ਅਪਕਾਰਹੁ, ਪੰਚੋਂ ਤੱਤ ਬਰਾਤੀ। ਰਾਮ ਰਾਏ ਸੋ ਭਾਵਰ ਲਿਹੋ, ਆਤਮ ਤਹਿ ਰੰਗ ਰਾਤੀ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ, ਮੇਰੇ ਘਰੇ ਆਏ ਰਾਜਾ ਰਾਮ ਪਤਾਰ। ਨਾਭ ਕਮਲ ਕਰ ਬੇਦੀ ਰਚ ਲਈ, ਬ੍ਰਹਮ ਗਿਆਨ ਉਚਾਰ। ਰਾਮ ਰਾਏ ਸੋ ਦੁਲਹੋ ਪਾਇਓ, ਆਸ ਬੜ ਭਾਗ ਮਰ। ਸੌਰ ਨਰ ਮਰ ਜਨ ਕੌਤਕ ਆਏ, ਕੋਟ 33 ਜਾਨਾ।
कहो कबीर मोहे ब्याही चले हैं पुरख एक भगवान। ਉਹ ਕਹਿੰਦੇ ਵੀ ਉਹ ਅਕਾਲ ਪੁਰਖ ਸਾਡੀ ਸੁਰਤੀ ਨੂੰ ਵਿਆਹ ਕੇ ਲੈ ਜਾਂਦੇ, ਇੱਦਾਂ ਫਿਰ ਉਹ ਬੇਦੀ ਦੇ ਫੇਰੀ ਰਚੇ ਜਾਂਦੇ। ਇਹ ਰੋਜ਼ 6 ਘਰਾਂ ਦੇ ਵਿੱਚ ਦੀ ਹੁੰਦੀ ਸੀ ਸੁਰਤੀ, 7ਵੇਂ ਘਰ ਚਲੀ ਜਾਂਦੀ, ਪਤੀ ਦੇ ਘਰ, ਸਹੁਰੇ ਘਰ। ਫਿਰ ਜਦੋਂ ਅਸੀਂ ਉੱਥੇ ਚਲੇ ਜਾਂਦੇ ਸਾਡਾ ਜੀਵਨ ਬਦਲ ਜਾਂਦਾ। ਪਹਿਲਾਂ ਪੇਕੇ ਘਰੇ ਕੁੜੀ ਦਾ ਜੀਵਨ ਕੁਝ ਹੋਰ ਹੁੰਦਾ ਹੈ, ਸਹੁਰੇ ਘਰ ਕੁਝ ਹੋਰ ਹੋ ਜਾਂਦਾ ਹੈ। ਫਿਰ ਅਸੀਂ ਉੱਥੇ ਦੇ ਕੰਮ ਸਿੱਖਣੇ, ਜਿਵੇਂ ਲੜਕੀ ਫਿਰ ਆ ਕੇ ਸਹੁਰੇ ਘਰ ਉਹ ਕੰਮ ਸਿੱਖਦੀ। ਇਹ ਇਸੇ ਤਰ੍ਹਾਂ ਹੀ ਅਸੀਂ ਜਦੋਂ ਪਤੀ ਦੇ ਘਰ ਰਹਿਣਾ ਸ਼ੁਰੂ ਕਰ ਦਿੰਦੇ, ਫਿਰ ਉੱਥੇ ਸਾਨੂੰ ਤ੍ਰੈ ਭਵਨ ਦੀ ਸਾਰੀ ਸੋਝੀ ਹੋ ਜਾਂਦੀ। ਮਹਾਰਾਜ ਕਹਿੰਦੇ 10ਵੇਂ ਦਵਾਰ ਰਹਿਤ ਕਰੇ ਤ੍ਰੈ ਭਵਨ ਸੋਝੀ ਪਾਈ। ਮਿੱਤਰ ਲੋਕੀ ਦੀ, ਇਸ ਲੋਕ ਦੀ ਵੀ ਤੇ ਪਰਲੋਕ ਦੀ ਵੀ। ਫਿਰ ਸਾਨੂੰ ਸਾਡੇ ਉਹ ਘਰ ਦਾ ਸਾਰਾ ਫਿਰ ਗਿਆਨ ਦਿੰਦੀ, ਜਿਵੇਂ ਉਹ ਲੜਕੀ ਨੂੰ ਗਿਆਨ ਦਿੱਤਾ ਜਾਂਦਾ ਵੀ ਆ ਤੇਰਾ ਸਹੁਰਾ, ਤੇਰੀ ਸੱਸ ਹੈ, ਆ ਤੇਰਾ ਦਿਓਰ ਹੈ, ਉਹ ਸਾਰੇ ਵੀ ਆ ਤੇਰਾ ਜੋ ਜੋ ਲੱਗਦਾ ਸਾਰਾ ਉਹਨਾਂ ਨੂੰ। ਤੇ ਫਿਰ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਦੇ ਸੁਭਾਅ ਤੋਂ ਕੁਝ ਦਿਨ ਉਹਨੂੰ ਵਿਹਲਿਆਂ ਰੱਖਿਆ ਜਾਂਦਾ ਵੀ ਤੂੰ ਸਾਰਿਆਂ ਦਾ ਦੇਖ ਪਹਿਲਾਂ ਕੀ ਦਾ ਸੁਭਾਅ ਕਿੱਦਾਂ ਹੁੰਦਾ। ਫਿਰ ਉਸ ਤਰ੍ਹਾਂ ਉਹ ਅੱਗੇ ਪਰਿਵਾਰ ਦੇ ਵਿੱਚ ਵਿਚਰੇ। ਉਹ ਇਸੇ ਤਰ੍ਹਾਂ ਹੀ ਫਿਰ ਜਦੋਂ ਸਾਡੀ ਸੁਰਤੀ ਉਸੇ ਨਿਜ ਮਹਿਲ 'ਚ ਚਲੀ ਜਾਂਦੀ ਤੇ ਫਿਰ ਸਾਨੂੰ ਉੱਥੇ ਘਰ ਦਾ ਕੰਮ ਜਿਹੜਾ ਉਹ ਸਿਖਾਇਆ ਜਾਂਦਾ। ਸਾਡੇ ਘਰ ਦੇ ਵਿੱਚ ਫਿਰ ਅਸੀਂ ਪੂਜਾ ਕਿੱਥੇ ਕਰਨੀ, ਉਹ ਸਥਾਨ ਪੂਜਾ ਦਾ ਬਣਾਇਆ ਹੋਇਆ ਜਿਹਨੂੰ ਮਹਾਰਾਜ ਕਹਿੰਦੇ ਅੰਤਰ ਪੂਜਾ। ਫਾਨ ਮਰਾਰਾ ਜੋਤੀ ਜੋਤ ਮਲਾਵਨ ਹਰ। ਉਹ ਫਿਰ ਸਾਨੂੰ ਦੱਸਦੇ ਵੀ ਇੱਥੇ ਤੁਸੀਂ ਬੈਠ ਕੇ ਪੂਜਾ ਕਰਨੀ। ਫਿਰ ਅਸੀਂ ਇਸ਼ਨਾਨ ਕਿੱਥੇ ਕਰਨਾ ਉਹਦਾ ਫਿਰ ਸਾਨੂੰ ਦੱਸਦੇ ਵੀ ਆ ਤੁਹਾਡੇ ਅੰਦਰ ਅੰਮ੍ਰਿਤਸਰ ਹੈ, ਇੱਥੇ ਤੁਸੀਂ ਇੱਥੇ ਅੰਮ੍ਰਿਤਸਰ 'ਚ ਆਪਦੇ ਪਤੀ ਦੇ ਘਰ ਇੱਥੇ ਇਸ਼ਨਾਨ ਕਰਨਾ ਹੈ। ਸਾਡੀ ਸੁਰਤੀ ਜਿਸ ਨੂੰ ਮਹਾਰਾਜ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਹੀਂ। ਫਿਰ ਸਾਡੀ ਖੁਰਾਕ ਹੈ ਜਿਹੜੀ ਅਸੀਂ ਉਹ ਖੁਰਾਕ ਲੈਣੀ, ਉਹ ਸਾਡੇ ਅੰਦਰ ਹੀ ਘਰ ਦੇ ਵਿੱਚ ਹੀ ਰੱਖੀ। ਅੰਦਰ ਖੁੰਟਾ ਅੰਮ੍ਰਿਤ ਭਰਿਆ ਸ਼ਬਦੇ ਗਾੜ ਪੀਏ ਅੰਧਾਰੀ। ਜਿਵੇਂ ਉਹ ਸਾਰਾ ਫਿਰ ਸਹੁਰੇ ਘਰ ਲੜਕੀ ਨੂੰ ਜਾਣਕਾਰੀ ਦਿੱਤੀ ਜਾਂਦੀ ਨਾ ਵੀ ਇੱਥੇ ਨਹਾਉਣਾ ਧੋਣਾ ਤੂੰ, ਆਪਣੀ ਰਸੋਈ ਹੈ, ਇੱਥੇ ਖਾਣਾ ਬਣਾਉਣਾ, ਇੱਥੇ ਤੁਸੀਂ ਸੌਣਾ, ਇੱਥੇ ਆਰਾਮ ਕਰਨਾ, ਉਹ ਸਾਰਾ ਉਹਨੂੰ ਦੱਸਿਆ ਜਾਂਦਾ। ਫਿਰ ਇਸੇ ਤਰ੍ਹਾਂ ਹੀ ਆਪਣੇ ਘਰ ਦੀ ਉੱਥੇ ਦੀ ਇਹ ਜਾਣਕਾਰੀ ਵੀ ਇੱਥੇ ਤੁਸੀਂ ਇਸ਼ਨਾਨ ਕਰਨਾ, ਇੱਥੇ ਤੁਸੀਂ ਪੂਜਾ ਕਰਨੀ, ਇੱਥੇ ਤੁਸੀਂ ਆ ਭੋਜਨ ਛਕਣਾ। ਉਹ ਫਿਰ ਸਾਰਾ ਸਾਨੂੰ ਜਦੋਂ ਸਾਡੇ ਘਰ ਦੀ ਸੋਝੀ ਹੋ ਜਾਂਦੀ, ਭੇਤ ਆ ਜਾਂਦਾ, ਫਿਰ ਜਦੋਂ ਅਸੀਂ ਇੱਧਰ ਪੇਕੇ ਘਰ, ਕਿਉਂਕਿ ਜਦ ਤੱਕ ਸਾਨੂੰ ਸਮਾਂ ਦਿੱਤਾ ਸਵਾਸਾਂ ਦਾ ਧਨ, ਉਹ ਸਾਨੂੰ ਫਿਰ ਭੇਜ ਦਿੰਦੇ ਵੀ ਜਾਓ ਖੇਲਣ। ਜਦੋਂ ਫਿਰ ਸਾਡੀ ਸੁਰਤੀ ਇੱਧਰ ਆਉਂਦੀ ਫਿਰ ਅਸੀਂ ਆਪਦੇ ਸਹੁਰੇ ਘਰ ਦੀਆਂ ਗੱਲਾਂ ਕਰਦੇ। ਜਿਵੇਂ ਉਹ ਲੜਕੀ ਵਿਆਹ ਤੋਂ ਮਗਰੋਂ ਫਿਰ ਫੇਰਾ ਪਾਉਣ ਆਉਂਦੀ ਘਰ, ਉਹ ਫਿਰ ਉਹਨੂੰ ਉਹਦੀਆਂ ਜਿਹੜੀਆਂ ਸਹੇਲੀਆਂ ਜਾਂ ਹੋਰ ਪਰਿਵਾਰ ਦੇ ਮੈਂਬਰ ਉਹਨੂੰ ਪੁੱਛਦੀ ਵੀ ਤੂੰ ਦੱਸ ਉੱਥੇ ਦਾ ਵੀ ਸਾਰੇ ਠੀਕ ਠਾਕ ਆ, ਤੇਰਾ ਜੀ ਲੱਗ ਗਿਆ ਉੱਥੇ। ਉਹ ਫਿਰ ਉੱਥੇ ਦਾ ਦੱਸਦੀ ਸਾਰਾ, ਸਾਰਿਆਂ ਦਾ ਸੁਭਾਅ ਦੱਸਦੀ ਵੀ ਕੌਣ ਕਿਵੇਂ ਆ ਤੇ ਕੀ ਕੀ ਮੇਰੇ ਘਰ ਦੇ ਵਿੱਚ ਸੁੱਖ ਸਹੂਲਤਾਂ, ਮੈਂ ਉੱਥੇ ਕਿਵੇਂ ਰਹਿੰਦੀ ਆ। ਉਹ ਫਿਰ ਇਸੇ ਤਰ੍ਹਾਂ ਹੀ ਫਿਰ ਸਾਨੂੰ ਗੁਰਮੁਖ ਇੱਥੇ ਆ ਕੇ ਉਹ ਦੱਸਦੇ ਘਰ ਦਾ ਭੇਤ ਵੀ ਆਪਣਾ ਜਿਹੜਾ ਅਸਲ ਘਰ ਹੈ ਵੀ ਉੱਥੇ ਬੜਾ ਆਨੰਦ, ਬੜਾ ਸੁੱਖ ਹੈ ਉੱਥੇ ਪਤੀ ਦੇ ਘਰ ਦੇ ਵਿੱਚ। ਦੁੱਖ ਤਾਂ ਉੱਥੇ ਲਾਗੇ ਆਉਂਦਾ ਹੀ ਨਹੀਂ, ਦੁੱਖ ਦਾ ਉੱਥੇ ਕੰਮ ਹੀ ਕੋਈ ਨਹੀਂ। ਉੱਥੇ ਸਦਾ ਹੀ ਆਨੰਦ, ਸਦਾ ਹੀ ਸੁੱਖ, ਦਿਨ ਰਾਤ ਉੱਥੇ ਅਨਹਦ ਵਾਜੇ ਵੱਜਦੇ ਹੀ ਰਹਿੰਦੇ। ਹਰ ਸਮੇਂ ਉਸੇ ਖੇਡ ਆਨੰਦ, ਖੁਸ਼ੀ ਖੁਸ਼ੀ।
ਉਹ ਫਿਰ ਉਸੇ ਦਾ ਭੇਤ ਇੱਧਰ ਆ ਕੇ ਦੱਸੀ ਜਾਂਦਾ। ਉਹ ਫਿਰ ਉਸੇ ਦੀ ਸਿਫਤ ਵਡਿਆਈ ਕੀਤੀ ਜਾਂਦੀ। ਉਹਨੂੰ ਕਹਿੰਦੇ ਵੀ ਘਰ ਦੇ ਕੰਮ ਤੇ ਲਾ ਲਓ। ਜੋ ਜਨ ਗੁਰ ਕੀ ਸੇਵਾ ਕਰੇ ਸੋ ਘਰ ਕੇ ਕੰਮ ਹਰ ਲਾਇਆ। ਵੀ ਇਹ ਸਾਡਾ ਘਰ ਦਾ ਕੰਮ ਹੈ, ਅਸਲ ਕੰਮ। ਜਦੋਂ ਮਾਲਕ ਸਾਡੇ ਤੇ ਖੁਸ਼ ਹੋ ਜਾਂਦੇ, ਉਹ ਫਿਰ ਸਾਨੂੰ ਸਾਰਾ ਭੇਤ ਦੇ ਕੇ ਉਹ ਫਿਰ ਸਾਨੂੰ ਕਹਿੰਦੇ ਵੀ ਹੁਣ ਅੱਗੇ ਜਾ ਕੇ ਦੱਸਣਾ, ਇਹ ਤੁਸੀਂ ਸਾਰਿਆਂ ਨੂੰ ਭੇਤ ਦੇਣਾ, ਕਿਸੇ ਤੋਂ ਛੁਪਾਉਣਾ ਨਹੀਂ, ਸਭ ਨੂੰ ਦੱਸਣਾ। ਇਸ ਲਈ ਫਿਰ ਗੁਰਮੁਖ ਜੋ ਵੀ ਉਪਦੇਸ਼ ਕਰਦੇ ਉਹ ਸਾਰਿਆਂ ਨੂੰ ਸਾਂਝਾ ਹੁੰਦਾ। ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੀ। ਇਹ ਨਹੀਂ ਵੀ ਕਿਸੇ ਨੂੰ ਆਖਣ ਵੀ ਇਹਨੂੰ ਅਸੀਂ ਦੱਸਣਾ, ਦੂਜੇ ਨੂੰ ਦੱਸਣਾ, ਸਭ ਲਈ ਸਾਂਝਾ। ਭਾਈਓ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਾਰਿਆਂ ਲਈ ਸਾਂਝਾ। ਜਿਹੜਾ ਵੀ ਜੀ ਮਾਨਸ ਜਾਮੇ ਚ ਆਇਆ ਉਹਦੇ ਲਈ ਇਹ ਸਾਰਿਆਂ ਲਈ ਉਪਦੇਸ਼ ਹੈ ਵੀ ਤੁਸੀਂ ਜੇ ਸੁੱਖ ਲਾਉਣਾ ਚਾਹੁੰਦੇ ਹੋ ਤੇ ਆਪਦੇ ਸਹੁਰੇ ਘਰ ਵਾਪਸ ਆਓ, ਆਪਣੇ ਪਤੀ ਘਰ ਆਓ। ਇਹ ਦੁੱਖਾਂ ਦੇ ਘਰ ਨੂੰ ਛੱਡ ਕੇ ਤੁਸੀਂ ਆਪਦੇ ਘਰ ਦੇ ਵਿੱਚ ਜਾ ਕੇ ਉੱਥੇ ਤੁਸੀਂ ਸੁੱਖ ਲਓ, ਆਨੰਦ ਲਓ। ਜਿਸ ਨੂੰ ਮਹਾਰਾਜ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਕਿ ਦੁੱਖਾਂ ਦੇ ਘਰ ਨੂੰ ਛੱਡ ਕੇ ਤੁਸੀਂ ਘਰ ਆਓ ਤੇ ਸੁੱਖ ਲਓ, ਆਨੰਦ ਲਓ। ਹੁਣ ਉਹ ਘਰ ਵਿੱਚ ਜਾਣ ਵਾਸਤੇ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਜਦ ਤੱਕ ਅਸੀਂ ਸਿਮਰਨ ਨਹੀਂ ਕਰਾਂਗੇ ਸਾਡੀ ਤਿਆਰੀ ਨਹੀਂ ਹੋਣੀ, ਤੇ ਜਦ ਤੱਕ ਤਿਆਰੀ ਨਹੀਂ ਅਸੀਂ ਜਾ ਨਹੀਂ ਸਕਦੇ। ਸਿਮਰਨ ਕਰਕੇ ਫਿਰ ਇਹ ਆਪਾਂ ਤਿਆਰੀ ਕਰਦੇ ਜਾਣ ਦੀ ਆਪਣੇ ਘਰ ਵਾਪਸ। ਆਓ ਹੁਣ ਜੋ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਸ ਗਿਰਾ ਸਿਮਰਨ ਤਾਂ ਕਿ ਸਾਡਾ ਮਨ ਤਿਆਰ ਹੋ ਜੇ ਘਰ ਜਾਣ ਵਾਸਤੇ। ਜਦ ਤੱਕ ਜੀਵ ਸਿਮਰਨ ਨਹੀਂ ਕਰਦਾ ਇਹ ਜਾਣ ਲਈ ਤਿਆਰ ਹੀ ਨਹੀਂ। ਇਹ ਆਪਦੇ ਘਰ ਜਾਣਾ ਹੀ ਨਹੀਂ ਚਾਹੁੰਦਾ, ਇਹ ਇੱਧਰ ਹੀ ਰਹਿਣਾ ਚਾਹੁੰਦਾ ਬਗਾਨੇ ਘਰ ਦੇ ਵਿੱਚ। ਸੋ ਇਸ ਵਾਸਤੇ ਫਿਰ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਡੇ ਮਨ ਦੀ ਮੈਲ ਉਤਰੇਗੀ, ਫੇਰ ਹੀ ਸਾਨੂੰ ਇਹ ਗਿਆਨ ਹੋਣਾ, ਫੇਰ ਹੀ ਸਾਨੂੰ ਇਹ ਸੋਝੀ ਆਉਣੀ। ਤੇ ਜਦੋਂ ਸਾਨੂੰ ਗਿਆਨ ਹੋਏਗਾ ਫੇਰ ਹੀ ਅਸੀਂ ਆਪਦੇ ਘਰ ਵਾਪਸ ਮੁੜਾਂਗੇ। ਵੀ ਇੱਧਰ ਤਾਂ ਹੁਣ ਅਸੀਂ ਦੇਖ ਲਿਆ ਸੰਸਾਰ ਦੁੱਖਾਂ ਤੋਂ ਬਿਨਾਂ ਇੱਧਰ ਕੁਛ ਹੈ ਨਹੀਂ। ਕਿਉਂ ਨਾ ਹੁਣ ਅਸੀਂ ਆਪਦੇ ਅਸਲ ਘਰ ਜਾ ਕੇ ਉੱਥੇ ਵੀ ਦੇਖ ਲਈਏ, ਉੱਥੇ ਸੁੱਖ ਆਨੰਦ ਮਾਣ ਲਈਏ। ਸੋ ਆਓ ਹੁਣ ਘਰ ਜਾਣ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਿੱਚ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਇਹ ਆਪਾਂ ਸਿਮਰਨ ਕਰਦੇ, ਇਹਦੇ ਨਾਲ ਸਾਡਾ ਮਨ ਜਾਗਤ ਅਵਸਥਾ ਚੱਲਦਾ, ਫਿਰ ਇਹ ਜਾਗਦਾ। ਜਦੋਂ ਸਾਡਾ ਮਨ ਜਾਗੇਗਾ ਫਿਰ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਉਂਦੀ। ਫਿਰ ਸਾਨੂੰ ਪਤਾ ਲੱਗਣਾ ਵੀ ਇਹ ਤਾਂ ਸਾਡੇ ਦੇਸ਼ ਦੀ ਗੱਲ ਕਰ ਰਹੀ, ਪਰਲੋਕ ਦੀ, ਸਾਡੇ ਘਰ ਦੀ, ਨਿਜ ਮਹਿਲ ਦੀ। ਇਹ ਜਦ ਤੱਕ ਸਾਡਾ ਮਨ ਸੁੱਤਾ, ਉਹਨਾਂ ਸਮਾਂ ਅਸੀਂ ਜੇ ਮਤਲਬ ਕੱਢਦੇ ਵੀ ਹੈ ਸੰਸਾਰ ਦੇ ਕੱਢ ਲੈਂਦੇ ਤ੍ਰੈ ਗੁਣਾਂ ਦੇ ਵਿੱਚ। ਜੀਵ ਆਪੋ ਆਪਣੀ ਮਕਸਦ ਦੁਆਰਾ ਫਿਰ ਉਹ ਮਤਲਬ ਕੱਢ ਲੈਂਦਾ, ਅਰਥ ਕਰ ਲੈਂਦਾ। ਜਦ ਕਿ ਗੁਰਬਾਣੀ ਚੌਥੇ ਪਾਦੀ ਸਾਡੇ ਦੇਸ਼ ਦੀ ਗੱਲ ਕਰਦੇ, ਸਾਡੇ ਅੰਦਰ ਦੀ ਸਾਰੀ ਖੋਜ 1430 ਅੰਗ ਗੁਰਬਾਣੀ ਗੁਰੂ, ਇਹ ਸਾਰੀ ਸਾਡੇ ਇਸ ਕਾਇਆ ਦੀ ਅੰਦਰ ਦੀ ਖੋਜ ਕਰਕੇ ਆਪਾਂ ਨੂੰ ਦੱਸਿਆ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਵੀ ਆਵਾ ਵੀ ਹੁਣ ਇਹ ਕਾਇਆ ਦੀ ਅੰਦਰ ਦੀ ਖੋਜ ਕਰ, ਤੇ ਜਿਹੜੇ ਗੁਰਮੁਖ ਇਹ ਖੋਜ ਕਰਦੇ ਉਹਨਾਂ ਨੂੰ ਵੱਡੇ ਭਾਗਾਂ ਵਾਲੇ ਕਹਿੰਦੇ। ਤੇ ਖੋਜ ਹੁੰਦੀ ਕਿਵੇਂ? ਇਹ ਸਿਮਰਨ ਕਰ ਕਰਕੇ, ਜਿਉਂ-ਜਿਉਂ ਅਸੀਂ ਸਿਮਰਨ ਕਰਕੇ ਸਹਿਜ 'ਚ ਜਾਵਾਂਗੇ, ਅੰਤਰਮੁਖੀ ਹੋਵਾਂਗੇ, ਇਹ ਸਾਡੀ ਅੰਦਰੋਂ ਖੋਜ ਸ਼ੁਰੂ ਹੋਣੀ। ਇਸ ਲਈ ਮਹਾਰਾਜ ਕਹਿੰਦੇ ਖੋਜ ਤੇ ਵਡਭਾਗੀ ਰਾਮ ਰਾਮ ਬੋਲ ਬੋਲ। ਵੀ ਉਹ ਵੱਡੇ ਭਾਗਾਂ ਵਾਲੇ ਜਿਹੜੇ ਖੋਜਦੇ ਤੇ ਖੋਜਦੇ ਕਿਵੇਂ? ਇਹ ਸਿਮਰਨ ਕਰ ਕਰਕੇ। ਉਹ ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ, ਅੰਤਰਮੁਖੀ ਹੋਵਾਂਗੇ, ਇਹ ਸਾਨੂੰ ਸਾਡੇ ਅੰਦਰ ਦਾ ਭੇਤ ਆਉਣਾ, ਸਾਨੂੰ ਸੋਝੀ ਆਉਣੀ। ਇਹ ਸਾਨੂੰ ਸਾਡੇ ਘਰ ਦਾ ਭੇਤ ਆਉਣਾ ਵੀ ਸਾਡਾ ਘਰ ਕਿੱਥੇ ਹੈ, ਜਿਹਦੇ ਵਿੱਚ ਸਾਨੂੰ ਰੋਜ਼ ਬੁਲਾਉਂਦੇ। ਆਪਾਂ ਪੜ੍ਹਦੇ ਵੀ ਰੋਜ਼, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰ। ਪੜ੍ਹ ਲੈਣਾ ਇੱਕ ਵੱਖਰੀ ਗੱਲ ਹੈ, ਪੜ੍ਹ ਤਾਂ ਲਿਆ, ਪਰ ਉਹ ਨਿਜ ਮਹਿਲ ਹੈ ਕਿੱਥੇ ਆ, ਉਹਦੀ ਨਿਸ਼ਾਨੀ ਕੀ ਹੈ, ਉਹਨੂੰ ਕਿਹੜਾ ਦਰਵਾਜ਼ਾ ਲੱਗਿਆ, ਕਿਹੜਾ ਜਿੰਦਰਾ ਲੱਗਿਆ, ਕਿਵੇਂ ਅਸੀਂ ਇਹਨੂੰ ਖੋਲ੍ਹਦੇ। ਇਹ ਨਿਜ ਮਹਿਲ 'ਚ ਐਸਾ ਕੀ ਜਿਹਦੇ ਵਿੱਚ ਜਾਣ ਤੇ ਦੁਬਾਰਾ ਸਾਡਾ ਫੇਰਾ ਨਹੀਂ ਹੁੰਦਾ। ਸਾਨੂੰ ਜੇ ਕੋਈ ਇਹ ਪੁੱਛ ਲਵੇ ਵੀ ਨਿਜ ਮਹਿਲ ਦਾ ਕੋਈ ਵਚਨ ਸੁਣਾਓ, ਕੋਈ ਉੱਥੇ ਦੀ ਗੱਲ ਦੱਸੋ ਨਿਜ ਮਹਿਲ ਦੀ, ਹੁਣ ਦੱਸਾਂਗੇ ਤਾਂ ਜੇ ਅਸੀਂ ਕਦੇ ਗਏ ਹੋਵਾਂਗੇ ਉੱਥੇ। ਜੇ ਸਾਨੂੰ ਕੋਈ ਪੁੱਛ ਲਵੇ ਤੁਸੀਂ ਰੋਜ਼ ਪੜ੍ਹਦੇ ਹੋ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰ, ਵੀ ਪੜ੍ਹਦੇ ਕਿੰਨੇ ਸਾਲ ਹੋ ਗਏ ਪੜ੍ਹਦੇ ਆ, ਵੀ ਤੁਸੀਂ ਦੱਸੋ ਨਿਜ ਮਹਿਲ ਨੂੰ ਕਿਵੇਂ ਖੋਲ੍ਹਦੇ। ਤੇ ਜੇ ਅਸੀਂ ਕਦੇ ਖੋਲ੍ਹੇ ਨਹੀਂ, ਸਾਨੂੰ ਤਾਂ ਇਹ ਨਹੀਂ ਪਤਾ ਵੀ ਦਰਵਾਜ਼ਾ ਕਿਹੜਾ, ਕਿਹੜਾ ਜਿੰਦਰਾ। ਤੇ ਕੋਈ ਪੁੱਛੇ ਵੀ ਉਸੇ ਦਾ ਬਚਨ ਸੁਣਾਓ, ਤੇ ਬਚਨ ਕੀ ਸੁਣਾਈਏ ਜਦੋਂ ਕਦੇ ਗਏ ਹੀ ਨਹੀਂ। ਇਸ ਕਰਕੇ ਪੜ੍ਹਨਾ ਇੱਕ ਵੱਖਰੀ ਗੱਲ ਆ। ਗੁਰਬਾਣੀ ਇਕੱਲਾ ਪੜ੍ਹਨ ਦਾ ਜਾਂ ਗਾਉਣ ਦਾ ਵਿਸ਼ਾ ਨਹੀਂ, ਇਹ ਪ੍ਰੈਕਟੀਕਲ ਹੈ ਆਪਣੇ ਅੰਦਰ ਦਾ। ਵੀ ਇਹ ਅਨੁਭਵੀ ਗਿਆਨ ਹੈ ਵੀ ਅਸੀਂ ਉੱਥੇ ਪਹੁੰਚੇ ਹਾਂ ਕਿ ਜਾਂ ਨਹੀਂ ਪਹੁੰਚੇ, ਅਸੀਂ ਉੱਥੇ ਗਏ ਹਾਂ ਕਿ ਜਾਂ ਨਹੀਂ ਗਏ। ਜੇ ਤਾਂ ਅਸੀਂ ਗਏ ਹਾਂ ਫਿਰ ਅਸੀਂ ਉੱਥੇ ਦੀਆਂ ਗੱਲਾਂ ਕਰਾਂਗੇ, ਉੱਥੇ ਦਾ ਦੱਸਾਂਗੇ। ਜੇ ਅਸੀਂ ਕਦੇ ਗਏ ਨਹੀਂ ਤੇ ਅਸੀਂ ਉੱਥੇ ਦੀ ਗੱਲ ਕੀ ਕਰਨੀ, ਕੀ ਦੱਸੀਏ ਉੱਥੇ ਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਤੁਸੀਂ ਪੜ੍ਹ ਕੇ ਉੱਥੇ ਪਹੁੰਚੋ, ਤੁਸੀਂ ਖੋਜ ਕਰੋ, ਲੱਭੋ ਤੁਸੀਂ। ਬਈ ਅਸੀਂ ਹੁਣ ਪੜ੍ਹ ਤਾਂ ਲਿਆ ਵੀ ਮਹਾਰਾਜ ਨੇ ਸਾਨੂੰ ਕਹਿ ਦਿੱਤਾ ਵੀ ਨਿਜ ਮਹਿਲ ਜਾਓ, ਦੁਬਾਰਾ ਤੁਹਾਡਾ ਫੇਰਾ ਨਹੀਂ ਹੋਏਗਾ। ਤੇ ਹੁਣ ਇੱਥੋਂ ਖੋਜ ਸ਼ੁਰੂ ਹੋ ਗਈ, ਅਸੀਂ ਲੱਭਾਂਗੇ ਵੀ ਉਹ ਨਿਜ ਮਹਿਲ ਹੈ ਕਿੱਥੇ, ਵੀ ਜਿਹਦੇ ਵਿੱਚ ਜਾਣ ਤੇ ਦੁਬਾਰਾ ਸਾਡਾ ਫੇਰਾ ਨਹੀਂ ਹੋਣਾ। ਤੇ ਮਹਾਰਾਜ ਕਹਿ ਰਹੇ ਵੀ ਅਸੀਂ ਉੱਥੇ ਜਾਈਏ, ਫਿਰ ਜਾ ਕੇ ਅਸੀਂ ਉੱਥੇ ਦੇਖੀਏ ਤਾਂ ਸਹੀ ਵੀ ਮਹਿਲ 'ਚ ਹੈ ਕੀ ਹੈ, ਵੀ ਜਿਹਦੇ 'ਚ ਜਾ ਕੇ ਦੁਬਾਰਾ ਸਾਡਾ ਫੇਰਾ ਨਹੀਂ ਹੁੰਦਾ, ਅਸੀਂ ਜਨਮ ਮਰਨ 'ਚ ਨਹੀਂ ਆਉਂਦੇ। ਤੇ ਉਹ ਫਿਰ ਖੋਜ ਸ਼ੁਰੂ ਹੋ ਜਾਣੀ। ਗੁਰਮੁਖ ਫਿਰ ਇਹ ਚੀਜ਼ ਖੋਜਦੇ, ਉਹ ਫਿਰ ਲੱਭਦੇ, ਤੇ ਉਹ ਫਿਰ ਉੱਥੇ ਜਾਂਦੇ, ਪਹੁੰਚਦੇ। ਜਦੋਂ ਅਸੀਂ ਖੋਜਾਂਗੇ ਤੇ ਫਿਰ ਅਸੀਂ ਜਾ ਵੀ ਵੜਾਂਗੇ ਉੱਥੇ। ਤੇ ਜਿਹੜਾ ਹੁਣ ਜੀਵ ਸੰਗਤ ਨਹੀਂ ਕਰਦਾ, ਉਹ ਸਿਰ ਪੜ੍ਹੀ ਜਾ ਰਿਹਾ, ਤੇ ਉਹ ਖੋਜਦਾ ਕੁਝ ਨਹੀਂ, ਉਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਖੋਜਣਾ ਵੀ ਹੈ, ਵੀ ਮੈਂ ਜਾਣਾ ਵੀ ਹੈ ਉੱਥੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਉੱਥੇ ਆਪ ਜਾਵੋ, ਉੱਥੇ ਆਵੋ।
ਤੇ ਜਦੋਂ ਤੁਸੀਂ ਆਪ ਜਾਓਗੇ ਫਿਰ ਤੁਹਾਡਾ ਜਨਮ ਮਰਨ ਖੰਡਨ, ਫਿਰ ਸਾਡਾ ਦੁਬਾਰਾ ਫੇਰਾ ਨਹੀਂ ਹੋਣਾ, ਫਿਰ ਅਸੀਂ ਜਨਮ ਮਰਨ ਤੋਂ ਰਹਿਤ ਹੋਣਾ। ਸੋ ਨਿਜ ਮਹਿਲ 'ਚ ਜਾਣ ਵਾਸਤੇ ਫਿਰ ਇਹ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਜਦੋਂ ਸਿਮਰਨ ਕਰਾਂਗੇ ਫਿਰ ਹੀ ਜਾ ਸਕਾਂਗੇ, ਜੇ ਨਹੀਂ ਕਰਾਂਗੇ ਨਹੀਂ ਜਾ ਸਕਦੇ। ਕਿਉਂਕਿ ਮਹਿਲ ਦਾ ਦਰਵਾਜ਼ਾ ਪੁਰਾਣਾ ਦੁਆਰਾ ਬੰਦ ਕੀਤਾ, ਸਵਾਸਾਂ ਦੁਆਰਾ ਇਹ ਪਾਉਣ ਦਾ ਸੰਤੁਲਨ ਵਿਗੜਿਆ। ਇੱਕ ਪਾਸੇ ਘੱਟ ਆਉਂਦੇ, ਇੱਕ ਪਾਸੇ ਜ਼ਿਆਦਾ ਆਉਂਦੇ, ਇਹਨੂੰ ਜਿੰਦਰਾ ਕਹਿੰਦੇ। ਜਦੋਂ ਆਪਾਂ ਇਹ ਪੁਰਾਣਾ 'ਚ ਮਿਲ ਕੇ ਸਿਮਰਨ ਕਰਦੇ ਹਾਂ, ਸਵਾਸ ਅੰਦਰ ਗਿਆ ਬਾਹਰ ਗਿਆ ਨਾਲ ਸਿਮਰਨ ਕਰਦੇ ਹਾਂ, ਇਹਦੇ ਦੋਵਾਂ 'ਚ ਸਮ ਹੋ ਜਾਂਦੀ। ਜਦੋਂ ਬਰਾਬਰ ਚੱਲਣ ਲੱਗੇ ਸਵਾਸ, ਦਰ ਖੁੱਲ੍ਹ ਜਾਂਦਾ। ਜਦੋਂ ਦਰ ਖੁੱਲ੍ਹ ਕੇ ਆਪਣਾ ਘਰੇ ਚਲੇ ਗਏ ਤੇ ਉੱਥੇ ਅਨਹਦ ਵਾਜੇ ਬਾਈ ਦੀ ਨਿਸ਼ਾਨੀ, ਫਿਰ ਆਪਾਂ ਉਹਨਾਂ ਨੂੰ ਸੁਣਾਂਗੇ। ਸੋ ਇਸ ਵਾਸਤੇ ਹੁਣ ਇਹ ਆਪਾਂ ਘਰ ਜਾਣ ਲਈ ਬਸੋ ਬਸ ਸਿਮਰਨ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਹੈ, ਬੁੱਝਣਾ ਹੈ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ ਹੈ, ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਪੜ੍ਹੀਏ ਸਾਨੂੰ ਸਮਝ ਆ ਜਾਏ। ਸੋ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਸਤਿਗੁਰੂ ਆਪਾਂ ਨੂੰ ਉਪਦੇਸ਼ ਦੇ ਰਹੇ ਕਿ ਘਰ ਵਾਪਸ ਆਵੋ, ਤੁਸੀਂ ਇੱਥੇ ਸਦਾ ਨਹੀਂ ਰਹਿਣਾ, ਪੇਕੇ ਘਰ ਆਇਓ, ਸਹੁਰੇ ਘਰ ਆਵੋ। ਉਹ ਹੁਣ ਕਿਵੇਂ ਜਾਣਾ ਆਪਾਂ, ਕੀ ਕੀ ਨਿਸ਼ਾਨੀਆਂ, ਉਹ ਫਿਰ ਆਪਾਂ ਨੂੰ ਗੁਰਮੁਖਾਂ ਨੇ ਬੜਾ ਸਰਲ ਅਰਥਾਂ ਸਮਝਾਇਆ। ਤੇ ਆਪਾਂ ਵੀ ਇਹ ਭੇਦ ਲੈ ਕੇ ਹੁਣ ਮਨ 'ਚ ਚਾਹ ਪੈਦਾ ਕਰਨਾ ਹੁੰਦਾ ਵੀ ਅਸੀਂ ਵੀ ਘਰੇ ਜਾਈਏ, ਅਸੀਂ ਵੀ ਜਾ ਕੇ ਸੁੱਖ ਲਈਏ, ਆਨੰਦ ਲਈਏ। ਸੋ ਇਸ ਲਈ ਹੁਣ ਇਹ ਆਪਾਂ ਇਸ ਮਾਰਗ 'ਤੇ ਚੱਲਣਾ, ਤੇ ਚੱਲਣ ਵਾਸਤੇ ਫਿਰ ਵੱਧ ਤੋਂ ਵੱਧ ਸੰਗਤ ਕਰਨੀ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ